ਸਤਿ ਸ਼੍ਰੀ ਅਕਾਲ, ਮੈਂ ਸੋਨਮ। ਤੁਸੀਂ ਸੁਣ ਰਹੇ ਹੋ 5 ਕ੍ਰੀਏਸ਼ਨਸ ਦੀ ਪੇਸ਼ਕਸ਼ ਲਾਅ ਪੈਲ ਇੰਡੀਆ। ਸਾਡੇ ਨਾਲ ਨੇ ਐਡਵੋਕੇਟ ਰਵਨੀਤ ਸਿੰਘ ਜੋਸ਼ੀ ਜੀ। ਇਹਨਾਂ ਦੇ ਨਾਲ ਅੱਜ ਆਪਾਂ ਇੱਕ ਬਹੁਤ ਹੀ ਅਹਿਮ ਮੁੱਦੇ 'ਤੇ ਗੱਲਬਾਤ ਕਰਾਂਗੇ, ਜੋ ਕਿ ਇੱਕ ਆਮ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਦੋਸਤੋ, ਅੱਜ ਦਾ ਆਪਣਾ ਵਿਸ਼ਾ ਹੈ ਚੈੱਕ ਕਿ ਆਪਾਂ ਆਮ ਜ਼ਿੰਦਗੀ ਦੇ ਵਿੱਚ ਆਲਮੋਸਟ ਸਾਰੇ ਯੂਜ਼ ਕਰਦੇ ਹਾਂ, ਚਾਹੇ ਤੁਸੀਂ ਵਪਾਰੀ ਹੋ ਜਾਂ ਫਿਰ ਜੇ ਤੁਸੀਂ ਲੋਨ ਲੈਣਾ ਹੈ। ਅਗਰ ਤੁਸੀਂ ਲੈਣ ਦੇਣ ਕਰਦੇ ਹੋ ਤਾਂ ਉਹਦੇ ਲਈ ਚੈੱਕ ਦੀ ਲੋੜ ਪੈਂਦੀ ਹੈ। ਅਤੇ ਜਦੋਂ ਆਪਾਂ ਚੈੱਕ ਦੀ ਗੱਲ ਕਰਦੇ ਹਾਂ ਤਾਂ ਆਪਾਂ ਬਹੁਤ ਵਾਰੀ ਦੇਖਦੇ ਹਾਂ ਕਿ ਚੈੱਕ ਬਾਊਂਸ ਹੋ ਜਾਂਦਾ। ਅਤੇ ਅੱਜ ਜਿਹੜੀ ਆਪਾਂ ਮੇਨ ਆਪਣਾ ਗੱਲਬਾਤ ਕਰਾਂਗੇ, ਆਪਾਂ ਇਹਦੇ ਲਈ ਕਰਾਂਗੇ ਅਤੇ ਇਹਦੇ ਕੀ ਕਾਰਨ ਹੋ ਸਕਦੇ ਨੇ ਜਾਂ ਫਿਰ ਇਹਦੇ ਨਾਲ ਜੁੜੇ ਜੋ ਵੀ ਸਵਾਲ ਨੇ, ਅਤੇ ਆਪਾਂ ਰਵਨੀਤ ਜੀ ਤੋਂ ਪੁੱਛਾਂਗੇ। ਬਿਲਕੁਲ ਸੋਨਮ ਜੀ, ਬੜਾ ਵਾਜਬ ਅਤੇ ਬੜਾ ਇੰਟਰਸਟਿੰਗ ਮੁੱਦਾ ਜੋ ਅੱਜ ਤੁਸੀਂ ਚੁਣਿਆ ਹੈ। ਚੈੱਕ ਅਸਲ 'ਚ ਹਰ ਬੰਦੇ ਦੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਚੀਜ਼ ਹੈ, ਚਾਹੇ ਉਹ ਛੋਟੇ ਤੋਂ ਲੈ ਕੇ ਜਿੱਡਾ ਮਰਜ਼ੀ ਵੱਡਾ ਵਪਾਰੀ ਹੋਵੇ, ਕੋਈ ਕੰਪਨੀ ਹੋਵੇ, ਕੋਈ ਫੈਕਟਰੀ ਹੋਵੇ, ਜਾਂ ਆਮ ਜ਼ਿੰਦਗੀ ਦੇ ਵਿੱਚ ਆਮ ਇਨਸਾਨ ਵੀ ਨੇ ਜੋ ਇੰਪਲੋਇਜ਼ ਨੇ ਜਾਂ ਕਿਸੇ ਵੀ ਰੂਪ ਦੇ ਵਿੱਚ ਨੇ। ਚੈੱਕ ਦੀ ਵਰਤੋਂ ਜਿਹੜੀ ਹੈ ਹਰ ਇਨਸਾਨ ਲਈ ਅੱਜ ਜੋ ਹੈ ਆਮ ਹੋ ਗਈ ਹੈ। ਚਾਹੇ ਤੁਸੀਂ ਆਪਣਾ ਕਿਰਾਇਆ ਭਰਨਾ ਹੈ ਜਾਂ ਕੋਈ ਆਈਟਮ ਖਰੀਦਣੀ ਹੈ, ਕੋਈ ਆਈਟਮ ਮੰਗਵਾਉਣੀ ਹੈ, ਜਿੱਥੇ ਵੀ ਵੱਡੀ ਟ੍ਰਾਂਜੈਕਸ਼ਨ ਦੀ ਗੱਲ ਹੁੰਦੀ ਹੈ, ਲੈਣ ਦੇਣ ਐਸੀ ਅਮਾਊਂਟ ਦਾ ਹੈ ਵੀ ਲੱਖਾਂ ਰੁਪਏ ਦਾ ਲੈਣ ਦੇਣ ਹੈ, ਤਾਂ ਸਰਕਾਰ ਚਾਹੁੰਦੀ ਹੈ ਵੀ ਇਹਦੇ ਬਾਵਜੂਦ ਵੀ ਬੰਦਾ ਉਹ ਪੈਸਾ ਚੱਕ ਕੇ ਕਿਸੇ ਜਗ੍ਹਾ 'ਤੇ ਇੱਕ ਆਪਣੇ ਟਿਕਾਣੇ ਤੋਂ ਦੂਸਰੇ ਦੇ ਟਿਕਾਣੇ 'ਤੇ ਜਾ ਕੇ ਉਹ ਚੀਜ਼ ਨੂੰ ਲੈ ਕੇ ਆਵੇ। ਉਹਦੀ ਬਜਾਏ ਜ਼ਰੂਰੀ ਇੱਕ ਸਹੂਲਤ ਦੇ ਰੂਪ ਦੇ ਵਿੱਚ ਇੱਕ ਚੈੱਕ ਦੀ ਜਿਹੜੀ ਹੈ ਇੱਕ ਖੋਜ ਕੀਤੀ ਗਈ ਵੀ ਚੈੱਕ ਦਿੱਤਾ ਜਾ ਸਕਦਾ, ਅਤੇ ਚੈੱਕ ਦੇ ਬਦਲੇ ਉਹ ਅਕਾਊਂਟ ਦੇ ਵਿੱਚੋਂ, ਮੇਰੇ ਅਕਾਊਂਟ ਦੇ ਵਿੱਚੋਂ ਦੂਜੇ ਵਿਅਕਤੀ ਦੇ ਅਕਾਊਂਟ ਦੇ ਵਿੱਚ ਜਿੰਨੀ ਮਰਜ਼ੀ ਵੱਡੀ ਅਮਾਊਂਟ ਹੋਵੇ ਉਹ ਟਰਾਂਸਫਰ ਹੋ ਜਾਊਗੀ। ਤਾਂ ਇਹ ਇੱਕ ਤਰੀਕੇ ਦੀ ਸਹੂਲਤ ਦਿੱਤੀ ਗਈ ਹੈ। ਲੇਕਿਨ ਅੱਜ ਐਸਾ ਸਮਾਂ ਆ ਗਿਆ ਹੈ ਵੀ ਜੇ ਕੋਰਟਾਂ ਦੇ ਵਿੱਚ ਦੇਖੀਏ ਤਾਂ ਬਹੁਤ ਵੱਡੇ ਪੈਮਾਨੇ 'ਤੇ ਚੈੱਕ ਨੂੰ ਲੈ ਕੇ ਬਹੁਤ ਵੱਡੀ ਲਿਟੀਗੇਸ਼ਨਾਂ ਨੇ, ਕਈ ਮਾਮਲੇ ਨੇ, ਕਈ ਮੁਕੱਦਮੇ ਜਿਹੜੇ ਹੈ ਚੈੱਕ ਨੂੰ ਲੈ ਕੇ ਹੀ ਚੱਲ ਰਹੇ ਨੇ। ਤਾਂ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਜਿਹੜੀ ਗੱਲ ਤੁਸੀਂ ਕੀਤੀ ਵੀ ਚੈੱਕ ਬਾਊਂਸ ਹੋ ਜਾਂਦੇ ਨੇ ਜਾਂ ਚੈੱਕ ਰਿਟਰਨ ਹੋ ਜਾਂਦੇ ਨੇ, ਇਹ ਕਿੰਨਾ ਹਾਲਾਤਾਂ ਦੇ ਵਿੱਚ ਕਿਹੜੀਆਂ ਐਸੀਆਂ ਗੱਲਾਂ ਨੇ ਜਿਹਦੇ ਕਰਕੇ ਚੈੱਕ ਬਾਊਂਸ ਹੁੰਦੇ ਨੇ ਅਤੇ ਚੈੱਕ ਰਿਟਰਨ ਹੁੰਦਾ, ਇਹਨਾਂ ਦੇ ਵਿੱਚ ਅੰਤਰ ਦੀ ਵੀ ਆਪਾਂ ਅੱਜ ਗੱਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਜਿਹੜੀ ਗੱਲ ਹੈ ਚੈੱਕ ਬਾਊਂਸ ਹੋਣ ਦੀ, ਉਹ ਆਪਾਂ ਕਰਦੇ ਹਾਂ ਜਦੋਂ ਕੋਈ ਵਿਅਕਤੀ ਚੈੱਕ ਕੱਟ ਕੇ ਦਿੰਦਾ ਹੈ, ਅਤੇ ਚੈੱਕ ਕੱਟ ਕੇ ਦੇਣ ਤੋਂ ਬਾਅਦ ਜਦੋਂ ਦੂਜਾ ਵਿਅਕਤੀ ਉਸ ਚੈੱਕ ਨੂੰ ਬੈਂਕ ਦੇ ਵਿੱਚ ਲਗਾਉਂਦਾ ਹੈ ਤਾਂ ਬੈਂਕ ਵੱਲੋਂ ਜੇ ਉਹ ਚੈੱਕ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ, ਇਹ ਕਹਿ ਕੇ ਵੀ ਜਿਸ ਵਿਅਕਤੀ ਨੇ ਤੁਹਾਨੂੰ ਚੈੱਕ ਕੱਟ ਕੇ ਦਿੱਤਾ ਉਹਦੇ ਅਕਾਊਂਟ ਦੇ ਵਿੱਚ ਸਫੀਸ਼ੀਐਂਟ ਪੈਸੇ ਨਹੀਂ ਹੈਗੇ, ਇਸ ਚੀਜ਼ ਨੂੰ ਚੈੱਕ ਬਾਊਂਸ ਕਿਹਾ ਜਾਂਦਾ। ਠੀਕ ਹੈ। ਚੈੱਕ ਬਾਊਂਸ ਇੱਕ ਤਰੀਕੇ ਦੀ ਗੈਰ ਕਾਨੂੰਨੀ ਵੀ ਕਹਿ ਸਕਦੇ ਹਾਂ। ਇਹਦੇ ਨਾਲ ਜੋ ਹੈ ਬੰਦੇ ਦੇ ਉੱਤੇ ਮੁਕੱਦਮਾ ਵੀ ਦਰਜ ਹੋ ਸਕਦਾ ਹੈ ਕਾਨੂੰਨੀ ਰੂਪ ਦੇ ਵਿੱਚ, ਅਤੇ ਇਹਦੀ ਸਜ਼ਾ ਵੀ ਹੈ ਅਤੇ ਜੁਰਮਾਨਾ ਵੀ ਬਹੁਤ ਭਾਰੀ ਹੈ ਇਸ ਮਾਮਲੇ ਦੇ ਵਿੱਚ। ਇਹ ਤੋਂ ਇਲਾਵਾ ਹੋਰ ਐਸੇ ਕਿਹੜੇ ਕਾਰਨ ਨੇ ਜਿਹਦੇ ਕਰਕੇ ਬੈਂਕ ਜੋ ਹੈ ਚੈੱਕ ਨੂੰ ਰਿਟਰਨ ਕਰ ਦਿੰਦਾ? ਜੇ ਅਕਾਊਂਟ ਸਫੀਸ਼ੀਐਂਟ ਹੋਵੇ ਵੀ ਫਿਰ ਵੀ ਕਈ ਐਸੀਆਂ ਗੱਲਾਂ ਨੇ ਜਿਹਦੇ ਵਿੱਚ ਬੈਂਕ ਜੋ ਹੈ ਚੈੱਕ ਨੂੰ ਵਾਪਸ ਕਰ ਸਕਦਾ। ਉਹ ਗੱਲਾਂ ਕੀ ਨੇ? ਪਹਿਲੇ ਨੰਬਰ 'ਤੇ ਤਾਂ ਜੇ ਚੈੱਕ ਤੁਸੀਂ ਇਸ਼ੂ ਕੀਤਾ ਅਤੇ ਉਹ ਚੈੱਕ ਇਸ਼ੂ ਕਰਨ ਦੀ ਇੱਕ ਡੇਟ ਹੁੰਦੀ ਹੈ, ਸਰਟਨ ਪੀਰੀਅਡ ਹੈ ਜਿਸ ਦੇ ਅੰਦਰ ਅੰਦਰ ਉਸ ਚੈੱਕ ਨੂੰ ਲਗਾਉਣਾ ਹੈ। ਇਹਨੂੰ ਕਹਿੰਦੇ ਆ ਵੀ ਚੈੱਕ ਦੀ ਜਿਹੜੀ ਵੈਲਿਡਿਟੀ ਹੈ, ਤਾਂ ਅਹਿਮ ਹੈ ਵੀ ਵੈਲਿਡਿਟੀ ਕਿੰਨੀ ਦੇਰ ਦੀ ਹੁੰਦੀ ਹੈ ਕਿਸੇ ਚੈੱਕ ਦੀ? 3 ਮਹੀਨੇ ਦੀ ਵੈਲਿਡਿਟੀ ਜਿਹੜੀ RBI ਗਾਈਡਲਾਈਨਸ ਦੇ ਮੁਤਾਬਕ ਕਿਸੇ ਵੀ ਚੈੱਕ ਦੀ ਵੈਲਿਡਿਟੀ ਜਿਹੜੀ ਹੈ ਉਹ 3 ਮਹੀਨੇ ਦੀ ਹੁੰਦੀ ਹੈ। ਜੇ ਅੱਜ ਤੁਸੀਂ ਕੋਈ ਚੈੱਕ ਕੱਟ ਕੇ ਦਿੰਦੇ ਹੋ ਤਾਂ ਉਹ ਵਿਅਕਤੀ ਨੂੰ ਉਸ ਚੈੱਕ ਨੂੰ 3 ਮਹੀਨੇ ਦੇ ਅੰਦਰ ਅੰਦਰ ਲਗਾਉਣਾ ਪਊਗਾ। ਜੇ ਉਹ ਬੰਦਾ ਚੈੱਕ ਨਹੀਂ ਲਗਾਉਂਦਾ ਤਾਂ ਉਦੋਂ ਬਾਅਦ ਬੈਂਕ ਜੋ ਹੈ 3 ਮਹੀਨੇ ਤੋਂ ਬਾਅਦ ਰਿਫਿਊਜ਼ ਕਰ ਸਕਦਾ ਵੀ ਇਹ ਚੈੱਕ ਜੋ ਹੈ ਹੁਣ ਐਕਸਪਾਇਰ ਹੋ ਗਿਆ, ਤੁਸੀਂ ਇੱਕ ਨਵਾਂ ਚੈੱਕ ਲੈ ਕੇ ਆਓ। ਪਹਿਲੀ ਤਾਂ ਚੀਜ਼ ਇਹ ਹੈ। ਦੂਜੇ ਨੰਬਰ 'ਤੇ ਕਈ ਵਾਰ ਕੀ ਹੁੰਦਾ ਵੀ ਚੈੱਕ ਦੇ ਉੱਤੇ ਆਪਾਂ ਲਿਖਦੇ ਲਿਖਦੇ ਓਵਰ ਰਾਈਟਿੰਗ ਕਰ ਬਹਿੰਦੇ ਹਾਂ। ਲਿਖਣਾ ਕੁਛ ਹੁੰਦਾ, ਕੁਛ ਹੋਰ ਲਿਖ ਦਿੰਦੇ ਹਾਂ, ਉਹਨੂੰ ਓਵਰ ਰਾਈਟਿੰਗ ਕਰ ਦਿੰਦੇ ਹਾਂ। ਆਮ ਤੌਰ 'ਤੇ ਕੀ ਦੇਖਿਆ ਜਾਂਦਾ ਵੀ ਚੈੱਕ ਕਿਉਂਕਿ ਇੱਕ ਸੀਰੀਅਸ ਅਮਾਊਂਟ ਹੁੰਦੀ ਹੈ, ਉਹਦੇ ਵਿੱਚ ਬੈਂਕ ਦਾ ਮਾਮਲਾ ਹੈ, ਪੈਸੇ ਦਾ ਮਾਮਲਾ ਹੈ, ਤਾਂ ਜਿੱਥੇ ਡਾਊਟਫੁਲ ਸਿਚੁਏਸ਼ਨ ਹੋਵੇ ਉੱਥੇ ਵੀ ਓਵਰ ਰਾਈਟਿੰਗ ਦੇ ਕਰਕੇ ਵੀ ਜੋ ਬੈਂਕ ਹੈ ਚੈੱਕ ਨੂੰ ਵਾਪਸ ਕਰ ਸਕਦਾ ਹੈ। ਤੀਜੇ ਨੰਬਰ 'ਤੇ ਚੈੱਕ ਦੇ ਵਿੱਚ ਹੀ ਚੈੱਕ ਤੁਸੀਂ ਦਿੱਤਾ ਕਿਸੇ ਨੂੰ, ਕਿਹਾ ਵੀ ਮਹੀਨੇ ਬਾਅਦ ਲਾ ਲਈ, ਉਹ ਜੇਬ 'ਚ ਪਿਆ ਪਿਆ ਹੀ ਡੈਮੇਜ ਹੋ ਗਿਆ, ਫਟ ਗਿਆ, ਗਿੱਲਾ ਹੋ ਗਿਆ, ਕੋਈ ਐਸੇ ਚੈੱਕ ਦੇ ਉੱਤੇ ਹੀ ਮਤਲਬ ਡੈਮੇਜ ਹੋ ਗਿਆ, ਉਹ ਸਿਚੁਏਸ਼ਨ ਦੇ ਵਿੱਚ ਵੀ ਜੇ ਇਹੋ ਜਿਹਾ ਚੈੱਕ ਬੈਂਕ ਦੇ ਵਿੱਚ ਲਾਇਆ ਜਾਂਦਾ ਤਾਂ ਚੈੱਕ ਬਾਊਂਸ ਨਹੀਂ, ਉਹਨੂੰ ਰਿਟਰਨ ਕਿਹਾ ਜਾਂਦਾ। ਬੈਂਕ ਉਹਨੂੰ ਲੈਣ ਤੋਂ ਰਿਫਿਊਜ਼ ਕਰ ਸਕਦਾ। ਉਹ ਤੋਂ ਇਲਾਵਾ ਜੇ ਸਿਗਨੇਚਰ ਤੁਹਾਡੇ ਜੋ ਬੈਂਕ ਦੇ ਵਿੱਚ ਆਲਰੇਡੀ ਸੇਵਡ ਸਿਗਨੇਚਰ ਹੁੰਦੇ ਨੇ, ਜੇ ਚੈੱਕ ਦੇ ਉੱਤੇ ਕੀਤੇ ਹੋਏ ਸਿਗਨੇਚਰ ਵੀ ਮੈਚ ਨਹੀਂ ਕਰ ਰਹੇ ਤਾਂ ਵੀ ਬੈਂਕ ਆਮ ਤੌਰ 'ਤੇ ਹੀ ਦੇਖਿਆ ਵੀ ਚੈੱਕ ਨੂੰ ਰਿਟਰਨ ਕਰ ਦਿੰਦਾ। ਹੁਣ ਆਖਿਰ ਵਿੱਚ ਜਿਹੜੀ ਚੀਜ਼ ਹੈ ਉਹ ਹੈ ਮਿਸਮੈਚ ਆਫ ਅਮਾਊਂਟ। ਜੇ ਜਿਹੜੀ ਅਮਾਊਂਟ ਤੁਸੀਂ ਚੈੱਕ ਦੇ ਉੱਤੇ ਲਿਖੀ ਹੈ ਉਹ 2 ਪ੍ਰਕਾਰ ਦੇ ਵਿੱਚ ਲਿਖੀ ਜਾਂਦੀ ਹੈ। ਇੱਕ ਵਰਡਸ ਦੇ ਵਿੱਚ ਲਿਖਦੇ ਹਾਂ ਆਪਾਂ,
ਮਤਲਬ ਕਿ ਪੂਰਾ ਲਿਖ ਕੇ ਵੀ 2535 ਰੁਪੀਜ਼ ਜੇ ਇਸ ਰੂਪ 'ਚ ਲਿਖਦੇ ਆ। ਇੱਕ ਹੁੰਦੀ ਹੈ ਫਿਗਰਸ ਦੇ ਵਿੱਚ ਜੋ ਆਪਾਂ ਅਮਾਊਂਟ ਨੰਬਰ ਪਾ ਕੇ ਜਿਹੜੀ ਅਮਾਊਂਟ ਲਿਖਦੇ ਆ। ਹੁਣ ਇਸ ਦੇ ਵਿੱਚ ਜੇ ਮਿਸਮੈਚਿੰਗ ਹੋ ਜੇ, ਜ਼ੀਰੋ ਵੱਧ ਘੱਟ ਲੱਗ ਜੇ, ਕੋਈ ਹੋਰ ਹੋਵੇ, ਲਿਖਤ ਰੂਪ ਦੇ ਵਿੱਚ ਆਪਾਂ ਅਮਾਊਂਟ ਕੁਛ ਹੋਰ ਲਿਖੇ, ਫਰਜ਼ ਕਰੋ 5 ਲੱਖ ਰੁਪਇਆ 5 ਲੈਕਸ ਓਨਲੀ ਚੈੱਕ ਦੇ ਉੱਤੇ ਵਰਡਸ ਦੇ ਵਿੱਚ ਲਿਖਿਆ, ਲੇਕਿਨ ਜਦੋਂ ਆਪਾਂ ਫਿਗਰਸ ਦੇ ਵਿੱਚ ਕੀਤਾ ਤਾਂ ਜ਼ੀਰੋ ਘੱਟ ਵੱਧ ਹੋ ਗਈ ਹੈ। ਉਸ ਸਿਚੁਏਸ਼ਨ ਦੇ ਵਿੱਚ ਵੀ ਬੈਂਕ ਜੋ ਹੈ, ਕਿਉਂਕਿ ਕਲੈਰਿਟੀ ਨਹੀਂ ਹੈ ਵੀ ਅਮਾਊਂਟ ਦੇਣਾ ਕਿੰਨਾ ਹੈ, ਟ੍ਰਾਂਸਫਰ ਕਿੰਨਾ ਕਰਨਾ, ਇਸ ਸਿਚੁਏਸ਼ਨ ਦੇ ਵਿੱਚ ਵੀ ਜਿਹੜੇ ਬੈਂਕ ਜੋ ਹੈ ਵਾਪਸ ਕਰ ਦਿੰਦਾ ਚੈੱਕ ਨੂੰ। ਠੀਕ ਹੈ ਰਵਨੀਤ ਜੀ, ਇਹ ਤਾਂ ਹੋ ਗਈ ਆਪਣੀ ਕਾਰਨਾਂ ਦੀ ਗੱਲ ਕਿ ਚੈੱਕ ਬਾਊਂਸ ਹੁੰਦੇ ਕਿਉਂ ਨੇ। ਅਤੇ ਹੁਣ ਮੰਨ ਲਓ ਕਿ ਅਗਰ ਚੈੱਕ ਬਾਊਂਸ ਹੋ ਗਿਆ ਕਿਸੇ ਵੀ ਰੀਜ਼ਨ ਦੇ ਕਰਕੇ, ਜਿਹੜੇ ਵੀ ਰੀਜ਼ਨ ਤੁਸੀਂ ਦੱਸੇ ਨੇ ਸਾਨੂੰ, ਅਤੇ ਉਹਨਾਂ ਦੇ ਵਿੱਚ ਸਾਡੇ ਕੋਲ ਇੱਕ ਵਿਅਕਤੀ ਦੇ ਕੋਲ ਜਿਹਦਾ ਚੈੱਕ ਬਾਊਂਸ ਹੋਇਆ ਉਹਦੇ ਕੋਲ ਕੀ ਆਪਸ਼ਨ ਹੋ ਸਕਦੇ ਨੇ? ਦੇਖੋ, ਜੋ ਕਾਰਨ ਆਪਾਂ ਡਿਸਕਸ ਕੀਤੇ ਨੇ, ਇਹਨਾਂ 'ਚ ਚੈੱਕ ਬਾਊਂਸ ਦਾ ਕਾਰਨ ਤਾਂ ਸਿਰਫ ਉਹੀ ਹੈ ਜੇ ਅਮਾਊਂਟ ਬੈਂਕ ਦੇ ਅਕਾਊਂਟ ਦੇ ਵਿੱਚ ਇਨਸਫੀਸ਼ੀਐਂਟ ਹੈ ਤਾਂ ਉਹਨੂੰ ਚੈੱਕ ਬਾਊਂਸ ਕਿਹਾ ਜਾਂਦਾ। ਅਦਰਵਾਈਜ਼ ਉਹ ਚੈੱਕ ਰਿਟਰਨ ਹੋ ਜਾਂਦੇ ਨੇ ਫॉर ਐਨੀ ਮਿਸਟੇਕਸ, ਜਿਹੜੀਆਂ ਵੀ ਉਹਦੇ ਵਿੱਚ ਗਲਤੀਆਂ ਨੇ ਉਹਦੇ ਕਰਕੇ ਚੈੱਕ ਵਾਪਸ ਕੀਤੇ ਗਏ ਨੇ। ਉਸ ਸਿਚੁਏਸ਼ਨ ਦੇ ਵਿੱਚ ਜੋ ਬੰਦੇ ਨੇ ਚੈੱਕ ਇਸ਼ੂ ਕੀਤਾ ਹੈ ਉਸ ਨੂੰ ਦੁਬਾਰਾ ਰਿਕੁਐਸਟ ਕਰਕੇ ਫਰੈਸ਼ ਚੈੱਕ ਵੀ ਲਿਆ ਜਾ ਸਕਦਾ, ਜੋ ਕਲੈਰੀਫਿਕੇਸ਼ਨ ਵੀ ਉਸ ਦੇ ਰਿਗਾਰਡਿੰਗ ਉਸੇ ਸੇਮ ਚੈੱਕ ਦੇ ਉੱਤੇ ਵੀ ਹੋ ਜਾਂਦੀ ਹੈ ਜੇ ਉਹ ਐਕਸੈਪਟੇਬਲ ਹੈ। ਜਿਵੇਂ ਚੈੱਕ ਜੇ ਡੈਮੇਜ ਹੈ ਉਸ ਸਿਚੁਏਸ਼ਨ 'ਚ ਤੁਹਾਨੂੰ ਨਵਾਂ ਚੈੱਕ ਮੰਗਣਾ ਪਏਗਾ, ਲੇਕਿਨ ਜੇ ਮਤਲਬ ਕਿ ਕੋਈ ਕਲੈਰੀਫਿਕੇਸ਼ਨ ਦੀ ਜ਼ਰੂਰਤ ਹੈ ਤਾਂ ਉਹ ਸਿੰਪਲੀ ਉਸੇ ਚੈੱਕ ਦੇ ਉੱਤੇ ਜੋ ਹੈ ਕਲੈਰੀਫਿਕੇਸ਼ਨ ਹੋ ਸਕਦੀ ਹੈ। ਜਿਵੇਂ ਸਿਗਨੇਚਰ ਮੈਚ ਨਹੀਂ ਕਰ ਰਹੇ ਤਾਂ ਸਿਗਨੇਚਰ ਉਸੇ ਚੈੱਕ ਦੇ ਉੱਤੇ ਕਈ ਵਾਰ ਦੁਬਾਰਾ ਕੀਤੇ ਜਾਂਦੇ ਨੇ, ਅਤੇ ਉਹਦੀ ਬੈਕ ਸਾਈਡ 'ਤੇ ਵੀ ਬੈਂਕ ਜੋ ਹੈ ਸਿਗਨੇਚਰ ਕਰਾ ਲੈਂਦਾ, ਅਸ਼ੋਰਟੀ ਹੋ ਜਾਂਦੀ ਹੈ ਵੀ ਉਹੀ ਬੰਦਾ ਸੇਮ ਵਿਅਕਤੀ ਹੈ, ਅਤੇ ਉਸ ਦੇ ਨਾਲ ਵੀ ਚੈੱਕ ਜੋ ਹੈ ਕਲੀਅਰ ਹੋ ਜਾਂਦੇ ਨੇ। ਇਹਨਾਂ ਗੱਲਾਂ ਨੂੰ ਹੁੰਦਾ ਹੈ ਤਾਂ ਮਤਲਬ ਇਸ਼ੂ ਵਾਲੇ ਵਿਅਕਤੀ ਨੂੰ ਦੁਬਾਰਾ ਰਿਕੁਐਸਟ ਕਰਕੇ ਚੈੱਕ ਦੇ ਉੱਤੇ ਜੋ ਹੈ ਕਲੈਰੀਫਿਕੇਸ਼ਨਸ ਲੈ ਕੇ ਕੀਤਾ ਜਾ ਸਕਦਾ ਹੈ। ਅਤੇ ਜੇ ਵਿਅਕਤੀ ਉਹ ਕਲੈਰੀਫਿਕੇਸ਼ਨ ਦੇਣ ਤੋਂ ਇਨਕਾਰੀ ਕਰਦਾ ਹੈ, ਮਨਾ ਕਰਦਾ ਹੈ, ਤਾਂ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਜੋ ਹੈ ਕਾਨੂੰਨੀ ਸਹਾਰਾ ਲੈ ਸਕਦੇ ਹੋ। ਤੁਸੀਂ ਸਿਵਲ ਸੂਟ ਪਾ ਸਕਦੇ ਹੋ ਰਿਕਵਰੀ ਆਫ ਦੈਟ ਅਮਾਊਂਟ ਦੇ ਲਈ। ਜੋ ਵੀ ਅਮਾਊਂਟ ਚੈੱਕ ਦੇ ਵਿੱਚ ਉਹਨੇ ਦੇਣੀ ਸੀ ਉਹਦੇ ਲਈ ਸਿਵਲ ਸੂਟ ਪਾਇਆ ਜਾ ਸਕਦਾ। ਠੀਕ ਹੈ ਰਵਨੀਤ ਜੀ, ਅਤੇ ਜਿਵੇਂ ਤੁਸੀਂ ਦੱਸਿਆ ਕਿ ਅਗਰ ਚੈੱਕ ਰਿਟਰਨ ਹੋਏਗਾ ਅਤੇ ਉਹਦੇ ਲਈ ਤਾਂ ਸਿਵਲ ਸੂਟ ਫਾਈਲ ਹੋਏਗਾ, ਪਰ ਜੇ ਹੁਣ ਆਪਾਂ ਗੱਲ ਕਰੀਏ ਕਿ ਅਗਰ ਇਨਸਫੀਸ਼ੀਐਂਟ ਬੈਲੈਂਸ ਹੈ ਅਕਾਊਂਟ ਦੇ ਵਿੱਚ, ਅਤੇ ਉਸ ਚੱਕਰ ਦੇ ਵਿੱਚ ਅਗਰ ਚੈੱਕ ਆਪਣਾ ਬਾਊਂਸ ਹੋ ਗਿਆ, ਅਤੇ ਮੈਨੂੰ ਇਹ ਦੱਸੋ ਕਿ ਉਦੋਂ ਇਨਸਾਨ ਦੇ ਕੋਲ, ਉਦੋਂ ਇੱਕ ਵਿਅਕਤੀ ਦੇ ਕੋਲ ਕਿਹੜੇ ਆਪਸ਼ਨਸ ਹੁੰਦੇ ਨੇ, ਅਤੇ ਆਪਾਂ ਉਸ ਕੇਸ ਦੇ ਵਿੱਚ ਅਗਰ ਇੱਕ ਆਮ ਵਿਅਕਤੀ ਦੀ ਗੱਲ ਕਰੀਏ ਤਾਂ ਉਹ ਕੀ ਕਰ ਸਕਦਾ? ਹਾਂਜੀ ਸੋਨਮ ਜੀ, ਬੜਾ ਵਾਜਬ ਸਵਾਲ ਜਿਹੜਾ ਤੁਸੀਂ ਪੁੱਛਿਆ ਚੈੱਕ ਬਾਊਂਸ ਦੇ ਬਾਰੇ। ਚੈੱਕ ਬਾਊਂਸ ਨੂੰ ਜੋ ਹੈ ਬੜਾ ਸੀਰੀਅਸਲੀ ਲਿਆ ਜਾਂਦਾ ਹੈ ਕਾਨੂੰਨ ਦੀ ਨਿਗਾਹ ਦੇ ਵਿੱਚ ਵੀ ਅਤੇ ਲਾਅ ਮੇਕਰਸ ਦੀ ਨਿਗਾਹ ਦੇ ਵਿੱਚ ਵੀ। ਇਸ ਦੇ ਲਈ ਇੱਕ ਸਪੈਸੀਫਿਕ ਐਕਟ ਜਿਹੜਾ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, ਉਹਦੇ ਵਿੱਚ ਸੈਕਸ਼ਨ ਹੈ 138, ਜਿਹਦੇ ਤਹਿਤ ਇਹ ਕਿਹਾ ਗਿਆ ਹੈ ਕਿ ਚੈੱਕ ਬਾਊਂਸ ਹੋਣ ਦੇ ਮਾਮਲੇ ਦੇ ਵਿੱਚ ਤੁਹਾਡੀ ਜਿਹੜੀ ਦੇਣਦਾਰੀ ਹੈ ਉਹ ਤਾਂ ਬਣਦੀ ਹੈ, ਨਾਲ ਇੱਕ ਇਹ ਅਪਰਾਧਿਕ ਮਾਮਲਾ ਵੀ ਹੈ ਜਿਸ ਦੇ ਲਈ ਤੁਹਾਨੂੰ 2 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ, ਅਤੇ ਜੋ ਚੈੱਕ ਅਮਾਊਂਟ ਸੀਗੀ, ਜਿੰਨੇ ਅਮਾਊਂਟ ਉਸ ਚੈੱਕ ਦੇ ਵਿੱਚ ਦੇਣਦਾਰੀ ਸੀਗੀ, ਉਹਦੀ ਡਬਲ ਦਾ ਅਮਾਊਂਟ ਤੁਹਾਨੂੰ ਕੰਪਨਸੇਸ਼ਨ ਦੇ ਰੂਪ ਦੇ ਵਿੱਚ ਵੀ ਜੋ ਹੈ ਜੁਰਮਾਨਾ ਕੋਰਟ ਲਗਾ ਸਕਦੀ ਹੈ। ਫਰਜ਼ ਕਰੋ ਕਿਸੇ ਨੇ ਕੋਈ 10 ਲੱਖ ਦਾ ਚੈੱਕ ਦਿੱਤਾ ਅਤੇ ਉਹ ਬੈਂਕ ਵੱਲੋਂ ਜੋ ਹੈ ਬਾਊਂਸ ਹੋਇਆ ਇਹ ਕਹਿ ਕੇ ਵੀ ਜੋ ਅਕਾਊਂਟ ਦੇ ਵਿੱਚ ਬੈਲੈਂਸ ਇਨਸਫੀਸ਼ੀਐਂਟ ਹੈ। ਉਸ ਸਿਚੁਏਸ਼ਨ ਦੇ ਵਿੱਚ ਜਿਸ ਬੰਦੇ ਨੇ ਉਹ ਚੈੱਕ ਇਸ਼ੂ ਕੀਤਾ, ਜੇ ਉਹ ਨਹੀਂ ਦਿੰਦਾ ਪੈਸੇ ਅਤੇ ਕੋਰਟ ਦੇ ਵਿੱਚ ਇਹ ਮਾਮਲਾ ਚਲਾ ਜਾਂਦਾ ਹੈ, ਤਾਂ ਉਦੋਂ ਬਾਅਦ ਕੋਰਟ ਦੇ ਕੋਲ ਅਧਿਕਾਰ ਹੈ ਇਹ ਸਾਬਿਤ ਹੋਣ 'ਤੇ ਵੀ ਜੇ ਉਹ ਚੈੱਕ ਬਾਊਂਸ ਹੋਇਆ ਅਤੇ ਇੰਟੈਂਸ਼ਨਲੀ ਬੰਦੇ ਨੇ ਜੋ ਹੈ ਉਹ ਚੈੱਕ ਇਸ਼ੂ ਕੀਤਾ ਕਿ ਉਹ ਬਾਊਂਸ ਹੋ ਜਾਏ, ਉਹਨੂੰ ਪਤਾ ਸੀ ਵੀ ਅਕਾਊਂਟ ਦੇ ਵਿੱਚ ਮੇਰੇ ਇਨਸਫੀਸ਼ੀਐਂਟ ਬੈਲੈਂਸ ਹੈ, ਫਿਰ ਵੀ ਉਹਨੇ ਚੈੱਕ ਇਸ਼ੂ ਕੀਤਾ, ਉਸ ਸਿਚੁਏਸ਼ਨ 'ਚ ਕੋਰਟ ਉਹਨੂੰ ਸਜ਼ਾ ਵੀ ਕਰ ਸਕਦੀ ਹੈ ਅਤੇ ਨਾਲ ਹੀ ਨਾਲ ਜੁਰਮਾਨਾ ਵੀ ਕਰ ਸਕਦੀ ਹੈ। 10 ਲੱਖ ਤਾਂ 20 ਲੱਖ ਰੁਪਏ ਜੁਰਮਾਨਾ ਵੀ ਤੁਹਾਨੂੰ ਜੋ ਹੈ ਪ੍ਰਾਪਤ ਹੋ ਸਕਦਾ ਜੇ ਤੁਹਾਡਾ ਚੈੱਕ ਬਾਊਂਸ ਕਰ ਜਾਂਦਾ। ਠੀਕ ਹੈ ਜੀ, ਜਦੋਂ ਜਿਵੇਂ ਤੁਸੀਂ ਕਿਹਾ ਕਿ ਸਜ਼ਾ ਹੋ ਜਾਂਦੀ ਹੈ ਨਾ, ਤਾਂ ਕਿਹੜੇ ਕੇਸਾਂ ਦੇ ਵਿੱਚ ਹੁੰਦੀ ਹੈ? ਕਿਉਂਕਿ ਚੈੱਕ ਤਾਂ ਆਪਾਂ ਬਹੁਤ ਜਗ੍ਹਾ 'ਤੇ ਯੂਜ਼ ਕਰਦੇ ਹਾਂ। ਜਿਵੇਂ ਮੰਨ ਲਓ ਕਿ ਅਗਰ ਇੰਪਲੋਇਰ ਨੇ ਸੈਲਰੀ ਦਿੱਤੀ ਹੈ ਤੁਹਾਨੂੰ ਚੈੱਕ ਦੇ ਰਾਹੀਂ, ਅਗਰ ਉਹ ਚੈੱਕ ਬਾਊਂਸ ਹੋ ਗਿਆ ਉੱਥੇ ਸਜ਼ਾ ਹੋਏਗੀ, ਜਾਂ ਫਿਰ ਅਗਰ ਤੁਸੀਂ ਲੋਨ ਲਿਆ ਹੋਇਆ ਅਤੇ ਤੁਸੀਂ ਉੱਥੇ ਚੈੱਕ ਦੇ ਕੇ ਆਏ ਹੋ, ਅਗਰ ਉਹ ਬਾਊਂਸ ਹੋ ਗਿਆ ਤਾਂ ਉੱਥੇ ਸਜ਼ਾ ਹੋਏਗੀ। ਬਿਲਕੁਲ, ਦੇਖੋ ਚੈੱਕ ਬਾਊਂਸ ਦੇ ਤਹਿਤ ਇਹਦੀ ਕੋਈ ਡਿਸਟਿੰਕਸ਼ਨ ਨਹੀਂ ਕੀਤੀ ਗਈ, ਇਹਨੂੰ ਵੱਖਰਾ ਨਹੀਂ ਕੀਤਾ ਗਿਆ ਵੀ ਕਿਸ ਪਰਪਸ ਲਈ ਚੈੱਕ ਦਿੱਤਾ ਗਿਆ। ਜੇ ਤੁਸੀਂ ਕੋਈ ਵੀ ਚੈੱਕ ਇਸ਼ੂ ਕੀਤਾ, ਕਿਸੇ ਵੀ ਅਮਾਊਂਟ ਦਾ ਕੀਤਾ ਹੋਵੇ, ਕਿਸੇ ਵੀ ਪਰਪਸ ਲਈ ਕੀਤਾ ਹੋਵੇ, ਚਾਹੇ ਉਹ ਸੈਲਰੀ ਦੇ ਪਰਪਸ ਲਈ ਹੋਵੇ, ਚਾਹੇ ਤੁਸੀਂ ਆਪਦਾ ਰੈਂਟ ਭਰਨਾ ਉਹਦੇ ਲਈ ਕੀਤਾ ਹੋਵੇ, ਜਾਂ ਤੁਸੀਂ ਕਿਸੇ ਤੋਂ ਲੋਨ ਲੈ ਰੱਖਿਆ ਉਹ ਲੋਨ ਦੇ ਏਵਜ਼ ਵਿੱਚ ਤੁਸੀਂ ਉਹਦੀਆਂ ਕਿਸ਼ਤਾਂ ਭਰਨੀਆਂ ਨੇ ਉਹਦੇ ਲਈ ਚੈੱਕ ਦਿੱਤਾ, ਜਾਂ ਫਿਰ ਆਮ ਤੌਰ 'ਤੇ ਜਿਵੇਂ ਆਪਾਂ ਕੰਪਨੀਜ਼ ਦੇ ਵਿੱਚ ਕੋਈ ਵੀ ਟ੍ਰਾਂਜੈਕਸ਼ਨ ਕਰਨੀ ਹੈ, ਕੋਈ ਮਾਲ ਮੰਗਾਇਆ ਅਤੇ ਉਹਦੇ ਏਵਜ਼ ਵਿੱਚ ਚੈੱਕ ਦੇ ਦਿੱਤਾ, ਮਾਲ ਆ ਜਾਂਦਾ ਹੈ, ਚੈੱਕ ਜੋ ਹੈ ਫਿਰ ਵੀ ਓਨਰ ਨਹੀਂ ਹੁੰਦਾ, ਜਾਂ ਚੈੱਕ ਦੇ ਵਿੱਚੋਂ ਪੈਸੇ ਦੂਜਾ ਬੰਦਾ ਨਹੀਂ ਪ੍ਰਾਪਤ ਕਰ ਪਾਉਂਦਾ ਕਿਉਂਕਿ ਅਕਾਊਂਟ ਦੇ ਵਿੱਚ ਬੈਲੈਂਸ ਇਨਸਫੀਸ਼ੀਐਂਟ ਹੈ। ਇਹਨਾਂ ਸਾਰੀਆਂ
ਸਿਚੁਏਸ਼ਨਾਂ ਨੂੰ ਲਾਅ ਦੀ ਨਜ਼ਰ ਦੇ ਵਿੱਚ ਇੱਕੋ ਤੱਕੜੀ ਦੇ ਵਿੱਚ ਤੋਲਿਆ ਜਾਂਦਾ, ਜਿਹਨੂੰ ਕਿਹਾ ਜਾਂਦਾ ਚੈੱਕ ਬਾਊਂਸ। ਅਤੇ ਚੈੱਕ ਬਾਊਂਸ ਦਾ ਜੋ ਪ੍ਰਾਵਧਾਨ ਕਾਨੂੰਨੀ ਹੈ ਉਹਦੇ ਵਿੱਚ ਇੱਕ ਪ੍ਰੋਪਰ ਪ੍ਰਕਿਰਿਆ ਦੱਸੀ ਗਈ ਹੈ ਵੀ ਕਿਸ ਪ੍ਰਕਾਰ ਨਾਲ ਬੰਦੇ ਦੇ ਖਿਲਾਫ ਜਿਹੜਾ ਹੈ ਮਾਮਲਾ ਦਰਜ ਹੋਏਗਾ, ਦਰਜ ਕਰਕੇ ਉਹਨੂੰ ਜੋ ਹੈ ਸਜ਼ਾ ਦਾ ਪ੍ਰਾਵਧਾਨ ਹੋਏਗਾ। ਤਾਂ ਉਸ ਦੇ ਵਿੱਚ ਆਮ ਤੌਰ 'ਤੇ ਜਦੋਂ ਚੈੱਕ ਬਾਊਂਸ ਹੋ ਜਾਂਦਾ ਹੈ ਤਾਂ ਬੰਦੇ ਨੂੰ ਕੀ ਹੈ ਕਿ ਇੱਕ ਲੀਗਲ ਨੋਟਿਸ ਭੇਜਣਾ ਪੈਂਦਾ। ਹੁਣ ਇਹ ਲੀਗਲ ਨੋਟਿਸ ਭੇਜਣ ਦੀ ਮਿਆਦ ਜਿਹੜੀ ਹੈ 30 ਦਿਨ ਹੈ। ਜਿਵੇਂ ਅੱਜ ਅਸੀਂ ਬੈਂਕ ਦੇ ਵਿੱਚ ਚੈੱਕ ਲਗਾਇਆ, 3-4 ਦਿਨਾਂ ਤੋਂ ਬਾਅਦ ਉਹ ਚੈੱਕ ਜਿਹੜਾ ਹੈ ਬਾਊਂਸ ਹੋ ਕੇ ਬੈਂਕ ਵੱਲੋਂ ਇੱਕ ਮੀਮੋ ਆਉਂਦਾ, ਰਿਟਰਨ ਮੀਮੋ ਜਿਹਨੂੰ ਕਿਹਾ ਜਾਂਦਾ, ਚੈੱਕ ਦਾ ਰਿਟਰਨ ਮੀਮੋ, ਜਿਹਦੇ ਉੱਤੇ ਚੈੱਕ ਦੇ ਬਾਊਂਸ ਹੋਣ ਦਾ ਕਾਰਨ ਲਿਖਿਆ ਹੋਇਆ। ਜੇ ਉਹਦੇ ਵਿੱਚ ਇਹ ਚੈੱਕ ਮੀਮੋ ਜਿਹੜਾ ਰਿਟਰਨ ਮੀਮੋ ਆਉਂਦਾ ਹੈ ਉਹਦੇ ਵਿੱਚ ਇਹ ਕਾਰਨ ਲਿਖਿਆ ਗਿਆ ਵੀ ਚੈੱਕ ਤੁਹਾਡਾ ਇਸ ਕਰਕੇ ਬਾਊਂਸ ਹੋ ਗਿਆ ਕਿਉਂਕਿ ਅਕਾਊਂਟ ਦੇ ਵਿੱਚ ਇਨਸਫੀਸ਼ੀਐਂਟ ਬੈਲੈਂਸ ਹੈ, ਉਸ ਸਿਚੁਏਸ਼ਨ ਦੇ ਵਿੱਚ ਉਸ ਡੇਟ ਤੋਂ ਜਿਸ ਤਰੀਕ ਤੋਂ ਤੁਹਾਨੂੰ ਬੈਂਕ ਦਾ ਰਿਟਰਨ ਮੀਮੋ ਹਾਸਿਲ ਹੋਇਆ 30 ਦਿਨਾਂ ਦੇ ਅੰਦਰ ਅੰਦਰ ਤੁਸੀਂ ਇੱਕ ਲੀਗਲ ਨੋਟਿਸ ਭੇਜਣਾ ਹੁੰਦਾ, ਜਿਹਦੇ ਵਿੱਚ ਅਹਿਮ ਤੌਰ 'ਤੇ ਤੁਸੀਂ ਕੀ ਕਹਿੰਦੇ ਹੋ ਬੰਦੇ ਨੂੰ ਵੀ ਜਿਹੜਾ ਤੇਰਾ ਫਲਾਨਾ ਚੈੱਕ ਹੈ, ਚੈੱਕ ਦੀ ਪੂਰੀ ਡਿਟੇਲ ਭਰਨੀ ਹੈ, ਚੈੱਕ ਦੀ ਪੂਰੀ ਅਮਾਊਂਟ ਦੀ ਡਿਟੇਲ ਭਰਨੀ ਹੈ, ਡੇਟ ਭਰਨੀ ਹੈ। ਅਤੇ ਉਹ ਲੀਗਲ ਨੋਟਿਸ ਦੇ ਵਿੱਚ ਤੁਹਾਡਾ ਵਕੀਲ ਪੁੱਛਦਾ ਵੀ ਇਹ ਚੈੱਕ ਦੀ ਅਮਾਊਂਟ ਜਿਹੜੀ ਹੈ ਉਹ ਬੈਲੈਂਸ ਜਿਹੜਾ ਇਨਸਫੀਸ਼ੀਐਂਟ ਹੋਣ ਦੇ ਕਾਰਨ ਬਾਊਂਸ ਹੋ ਗਿਆ ਹੈ ਅਤੇ ਅਮਾਊਂਟ ਨੂੰ ਤੁਰੰਤ ਤੋਂ ਤੁਰੰਤ ਜੋ ਹੈ ਪੇ ਕੀਤਾ ਜਾਵੇ। ਜੇ 30 ਦਿਨਾਂ ਦੇ ਅੰਦਰ ਅੰਦਰ ਵਿਅਕਤੀ ਉਸ ਅਮਾਊਂਟ ਨੂੰ ਪੇ ਨਹੀਂ ਕਰਦਾ ਤਾਂ ਤੁਸੀਂ ਆਪਦੇ ਵਕੀਲ ਦੇ ਰਾਹੀਂ ਕੋਰਟ ਦੇ ਵਿੱਚ ਮਾਮਲਾ ਦਰਜ ਕਰਾ ਸਕਦੇ ਹੋ। ਮਾਮਲਾ ਦਰਜ ਕਰਨ ਦੀ ਜੋ ਮਿਆਦ ਹੈ, ਜਦੋਂ ਚੈੱਕ ਬਾਊਂਸ ਦਾ ਨੋਟਿਸ ਤੁਸੀਂ ਦੇ ਦਿੰਦੇ ਹੋ ਕਿਸੇ ਵਿਅਕਤੀ ਨੂੰ, 15 ਦਿਨਾਂ ਤੱਕ ਤੁਸੀਂ ਇੰਤਜ਼ਾਰ ਕਰਨਾ ਹੁੰਦਾ ਹੈ ਵੀ ਉਹ ਦੂਜੇ ਵਿਅਕਤੀ ਨੂੰ ਸਮਾਂ ਦੇਣਾ ਹੁੰਦਾ 15 ਦਿਨਾਂ ਦਾ। ਤਾਂ ਕੁੱਲ 45 ਦਿਨ ਹੋ ਗਏ ਨੇ ਚੈੱਕ ਬਾਊਂਸ ਹੋਏ ਨੂੰ, ਤਾਂ 45 ਦਿਨਾਂ ਤੋਂ ਬਾਅਦ ਤੁਸੀਂ ਜੋ ਹੈ ਕੋਰਟ ਦੇ ਵਿੱਚ ਤੁਰੰਤ ਆਪਦਾ ਕੇਸ ਲਗਾ ਸਕਦੇ ਹੋ। ਕੇਸ ਲਗਾ ਕੇ ਤੁਸੀਂ ਜੋ ਹੈ ਕੋਰਟ ਦੇ ਅੱਗੇ ਆਪਦੀ ਗੱਲ ਰੱਖ ਸਕਦੇ ਹੋ। ਕੋਰਟ ਜਿਹੜਾ ਹੈ ਜੇ ਤੁਹਾਡੇ ਦਲੀਲਾਂ ਸੁਣ ਕੇ, ਤੁਹਾਡੇ ਸਬੂਤ ਪੇਸ਼ ਕੀਤੇ ਹੋਏ ਦੇਖ ਕੇ ਜੇ ਉਹਨਾਂ ਨੂੰ ਲੱਗਦਾ ਹੈ ਤਾਂ ਲਾਜ਼ਮੀ ਤੌਰ 'ਤੇ ਇਹਨਾਂ ਮਾਮਲਿਆਂ ਦੇ ਵਿੱਚ ਸਖਤਾਈ ਨਾਲ ਫੈਸਲੇ ਲੈਂਦੀ ਹੈ। ਜਿਹੜੀ ਸਖਤ ਤੋਂ ਸਖਤ ਸਜ਼ਾਵਾਂ ਦੇਣ ਦੀ ਗੱਲ ਹੋਈ ਹੈ ਉਹ ਵੀ ਕੀਤੀ ਜਾਂਦੀ ਹੈ, ਨਾਲ ਹੀ ਨਾਲ ਵੱਡੀ ਅਮਾਊਂਟ ਦਾ ਜਿਹੜਾ ਕੰਪਨਸੇਸ਼ਨ ਹੈ, ਕਿਉਂਕਿ ਜੋ ਲਿਮਿਟ ਹੈ ਕੋਰਟ ਦੀ ਕੰਪਨਸੇਸ਼ਨ ਦੇਣ ਦੀ ਇਸ ਮਾਮਲੇ 'ਚ ਉਹੀ ਹੁੰਦੀ ਹੈ ਜੋ ਚੈੱਕ ਦਾ ਅਮਾਊਂਟ ਹੈ ਉਹਦੀ ਡਬਲ ਦਾ ਅਮਾਊਂਟ। ਤਾਂ ਜਿਹੇ ਜਿਹਾ ਉਹਨਾਂ ਨੂੰ ਮਾਮਲਾ ਲੱਗਦਾ ਉਸ ਪ੍ਰਕਾਰ ਦੀ ਸਜ਼ਾ ਜਿਹੜੀ ਹੈ ਕੋਰਟ ਵੱਲੋਂ, ਜਾਂ ਤਾਂ ਕਈ ਵਾਰ ਇਕੱਲਾ ਕੰਪਨਸੇਸ਼ਨ ਹੋ ਸਕਦਾ, ਇਕੱਲੀ ਸਜ਼ਾ ਵੀ ਹੋ ਸਕਦੀ ਹੈ, ਜਾਂ ਦੋਨੇ ਚੀਜ਼ਾਂ ਵੀ ਹੋ ਸਕਦੀਆਂ ਨੇ। ਰਵਨੀਤ ਜੀ, ਤੇ ਜਿੱਦਾਂ ਆਪਾਂ ਹੁਣ ਗੱਲਾਂ ਕੀਤੀਆਂ ਚੈੱਕ ਬਾਊਂਸ ਦੀਆਂ, ਤੇ ਇਹਦੇ ਨਾਲ ਹੀ ਜੁੜਿਆ ਹੋਇਆ ਇੱਕ ਹੋਰ ਮੇਰਾ ਤੁਹਾਨੂੰ ਸਵਾਲ ਹੈ ਕਿ ਅਗਰ ਚੈੱਕ ਬਾਊਂਸ ਹੋ ਗਿਆ, ਮੰਨ ਲਓ ਕਿ ਮੈਨੂੰ ਕਿਸੇ ਨੇ ਚੈੱਕ ਦਿੱਤਾ ਅਤੇ ਮੈਂ ਬੈਂਕ 'ਚ ਲਾ ਦਿੱਤਾ ਚੈੱਕ, ਅਤੇ ਉਹ ਚੈੱਕ ਮੇਰਾ ਬਾਊਂਸ ਹੋ ਗਿਆ, ਅਤੇ ਹੁਣ ਮੈਂ ਜੋ ਵੀ ਆਪਣਾ ਇੱਕ ਕਾਨੂੰਨੀ ਕਾਰਵਾਈ ਬਣਦੀ ਹੈ ਅਤੇ ਮੈਂ ਉਹ ਵੀ ਕਰਤੀ ਹੈ ਨਾ, ਅਤੇ ਲੀਗਲ ਨੋਟਿਸ ਵੀ ਆਪਾਂ ਬੰਦੇ ਨੂੰ ਭੇਜ ਦਿੱਤਾ, ਅਤੇ ਉਸ ਤੋਂ ਬਾਅਦ ਵੀ ਅਗਰ ਉਹ ਮੈਨੂੰ ਨਹੀਂ ਪੇ ਕਰ ਰਿਹਾ ਤਾਂ ਉੱਥੇ ਮੈਂ ਕੀ ਕਰ ਸਕਦੀ ਹਾਂ? ਦੇਖੋ ਸੋਨਮ ਜੀ, ਇਸ ਮਾਮਲੇ ਦੇ ਵਿੱਚ ਫਿਰ ਆਪਣੇ ਕੋਲ ਅਗਲਾ ਪ੍ਰਾਵਧਾਨ ਜੋ ਹੈ ਉਹ ਕਾਨੂੰਨੀ ਸਹਾਰਾ ਲੈ ਕੇ ਕੋਰਟ ਦੇ ਵਿੱਚ ਕੇਸ ਪਾਉਣ ਦਾ ਹੋ ਜਾਂਦਾ। 138 ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ ਤਹਿਤ ਜਿਹੜਾ ਕੇਸ ਹੈ ਉਹ ਉੱਥੇ ਦੀ ਲੋਕਲ ਅਦਾਲਤ ਜਿੱਥੇ ਚੈੱਕ ਜੋ ਹੈ ਤੁਹਾਡਾ ਡਰਾਅ ਕੀਤਾ ਗਿਆ, ਚੈੱਕ ਜਿਹੜੇ ਬੈਂਕ ਦੇ ਵਿੱਚ ਲਗਾਇਆ ਗਿਆ, ਜਿੱਥੇ ਪ੍ਰੈਜ਼ੈਂਟ ਕੀਤਾ ਗਿਆ ਪੇਮੈਂਟ ਦੇ ਲਈ, ਜਾਂ ਜਿੱਥੇ ਪੇਮੈਂਟ ਹੋਣੀ ਸੀ ਉਸ ਜਗ੍ਹਾ 'ਤੇ, ਜਾਂ ਚੈੱਕ ਜਿੱਥੇ ਡਿਸਓਨਰ ਹੁੰਦਾ, ਇਹ ਜਗ੍ਹਾ ਜੋ ਵੀ ਉਹ ਜਗ੍ਹਾ ਹੈ ਉੱਥੇ ਇਸ ਚੈੱਕ ਨੂੰ ਜੋ ਉਸ ਏਰੀਏ ਦੀ ਕਚਹਿਰੀ ਦੇ ਵਿੱਚ ਜੁਡੀਸ਼ੀਅਲ ਮੈਜਿਸਟਰੇਟ ਦੇ ਕੋਲੇ ਇਹ ਚੈੱਕ ਜਿਹੜਾ ਹੈ, ਇਹ ਕੇਸ ਜੋ ਹੈ ਚੈੱਕ ਬਾਊਂਸ ਦਾ, ਉਹ ਲਗਾਇਆ ਜਾਊਗਾ। ਹਾਂਜੀ, ਅਤੇ ਜਦੋਂ ਆਪਾਂ ਹੁਣ ਕੇਸ ਦੀ ਗੱਲ ਕਰਦੇ ਹਾਂ ਤਾਂ ਆਪਾਂ ਨੂੰ ਡਾਕੂਮੈਂਟਸ ਵੀ ਚਾਹੀਦੇ ਹੋਣੇ ਨੇ, ਅਤੇ ਮੈਨੂੰ ਇਹ ਦੱਸੋ ਕਿ ਕਿਹੜੇ ਡਾਕੂਮੈਂਟਸ ਦੀ ਲੋੜ ਪੈਂਦੀ ਹੈ? ਅਤੇ ਅਹਿਮ ਰੂਪ 'ਤੇ ਸੋਨਮ ਜੀ ਇਹਦੇ ਵਿੱਚ ਜੋ ਡਾਕੂਮੈਂਟ ਦੀ ਜ਼ਰੂਰਤ ਪੈਂਦੀ ਹੈ, ਪਹਿਲੀ ਗੱਲ ਤਾਂ ਓਰੀਜਨਲ ਚੈੱਕ ਦੀ ਜ਼ਰੂਰਤ ਪੈਂਦੀ ਹੈ। ਪਹਿਲਾਂ ਤਾਂ ਉਹ ਓਰੀਜਨਲ ਚੈੱਕ ਹੋ ਗਿਆ। ਦੂਜੇ ਨੰਬਰ 'ਤੇ ਉਹ ਜਦੋਂ ਚੈੱਕ ਤੁਸੀਂ ਬੈਂਕ ਦੇ ਵਿੱਚ ਲਗਾਇਆ ਅਤੇ ਇੱਕ ਰਿਟਰਨ ਮੈਮੋ ਜਿਹੜਾ ਚੈੱਕ ਬੈਂਕ ਵਾਲਿਆਂ ਨੇ ਬਾਊਂਸ ਹੋਣ ਦੇ ਉੱਤੇ ਦਿੱਤਾ, ਜਿਹਦੇ ਵਿੱਚ ਕਾਰਨ ਲਿਖਿਆ ਸੀ ਵੀ ਬੈਂਕ ਦੇ ਵਿੱਚ ਅਮਾਊਂਟ ਜਿਹੜੀ ਇਨਸਫੀਸ਼ੀਐਂਟ ਹੈ। ਦੂਜੇ ਨੰਬਰ 'ਤੇ ਉਹ ਚੀਜ਼ ਜਿਹੜਾ ਰਿਟਰਨ ਮੈਮੋ ਹੈ ਬੈਂਕ ਦਾ, ਉਹ ਚਾਹੀਦਾ। ਤੀਜੇ ਨੰਬਰ 'ਤੇ ਜਿਹੜਾ ਤੁਸੀਂ ਲੀਗਲ ਨੋਟਿਸ ਭੇਜਿਆ ਬੈਂਕ ਨੂੰ ਵੀ ਮੇਰੀ ਇਹ ਬੈਂਕ ਨੂੰ ਨਹੀਂ, ਜੋ ਦੂਜੇ ਪੇਈ ਨੂੰ ਜੋ ਤੁਸੀਂ ਲੀਗਲ ਨੋਟਿਸ ਭੇਜਿਆ ਚੈੱਕ ਇਸ਼ੂਅਰ ਨੂੰ, ਉਹ ਲੀਗਲ ਨੋਟਿਸ ਦੀ ਕਾਪੀ ਚਾਹੀਦੀ ਹੈ। ਚੌਥੇ ਨੰਬਰ 'ਤੇ ਲੀਗਲ ਨੋਟਿਸ ਦੇ ਨਾਲ ਜਿਹੜੀ ਰਸੀਦ ਉਸ ਲੀਗਲ ਨੋਟਿਸ ਨੂੰ ਪੋਸਟ ਕਰਨ ਦੀ ਹੈ, ਜਾਂ ਰਿਸੈਪਟ ਹੈ ਜਿਹੜੀ ਤੁਸੀਂ ਪੋਸਟਲ ਰਿਸੈਪਟ ਹੈ ਵੀ ਲੀਗਲ ਨੋਟਿਸ ਤੁਸੀਂ ਭੇਜਿਆ, ਉਹਦਾ ਪ੍ਰੂਫ ਹੁੰਦਾ ਜੋ ਰਸੀਦ ਆਪਾਂ ਪੋਸਟਲ ਜਦੋਂ ਕੋਈ ਵੀ ਚੀਜ਼ ਕਰਾਉਂਦੇ। ਚੌਥੇ ਨੰਬਰ 'ਤੇ ਉਹ ਚੀਜ਼ ਹੋ ਗਈ। ਪੰਜਵੇਂ ਨੰਬਰ 'ਤੇ ਜੇ ਤੁਹਾਡੇ 'ਚ ਕੋਈ ਵੀ ਲੈਣ ਦੇਣ ਦੇ ਰਿਗਾਰਡਿੰਗ ਵੀ ਦੂਜੇ ਬੰਦੇ ਦੀ ਕੋਈ ਅਮਾਊਂਟ ਦੇਣ ਦੀ ਦੇਣਦਾਰੀ ਬਣਦੀ ਹੈ, ਉਹ ਸਿਚੁਏਸ਼ਨ ਦੇ ਵਿੱਚ ਪੰਜਵੇਂ ਨੰਬਰ 'ਤੇ ਉਹ ਸਬੂਤ ਚਾਹੀਦਾ। ਇਹਨਾਂ ਪੰਜਾਂ ਚੀਜ਼ਾਂ ਜੇ ਤੁਹਾਡੇ ਕੋਲ ਅਵੇਲੇਬਲ ਨੇ, ਇਹਨਾਂ ਨੂੰ ਲੈ ਕੇ ਤੁਸੀਂ ਚੈੱਕ ਬਾਊਂਸ ਦਾ ਕੇਸ ਕੋਰਟ ਦੇ ਵਿੱਚ ਲਗਾ ਸਕਦੇ ਹੋ। ਰਵਨੀਤ ਜੀ, ਜਿਵੇਂ ਆਪਾਂ ਗੱਲ ਕੀਤੀ ਕਿ ਆਪਾਂ ਕੇਸ ਕਰ ਸਕਦੇ ਹਾਂ ਨਾ, ਅਤੇ ਹੁਣ ਕੇਸ ਤਾਂ ਬਹੁਤ ਤਰ੍ਹਾਂ ਦੇ ਹੁੰਦੇ ਨੇ, ਅਤੇ ਮੈਂ ਤੁਹਾਨੂੰ ਇੱਥੇ ਪੁੱਛਣਾ ਚਾਹੂੰਗੀ ਕਿ ਕੇਸ ਆਪਾਂ ਕਿਹੜਾ ਕਰ ਸਕਦੇ ਹਾਂ? ਕਿ ਮੈਂ FIR ਕਰ ਸਕਦੀ ਹਾਂ,
ਕੀ ਮੈਂ ਸਿਵਲ ਸੂਟ ਫਾਈਲ ਕਰ ਸਕਦੀ ਹਾਂ? ਬਿਲਕੁਲ ਸੋਨਮ ਜੀ, ਦੇਖੋ ਚੈੱਕ ਬਾਉਂਸ ਦੇ ਕੇਸ ਦੀ ਤਾਂ ਆਪਾਂ ਗੱਲ ਹੀ ਕੀਤੀ, ਜੋ 138 ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ ਤਹਿਤ ਤੁਸੀਂ ਕੋਰਟ 'ਚ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇ ਬੰਦੇ ਨੇ ਤੁਹਾਡੇ ਨਾਲ ਫਰਾਡ ਪਲੇ ਕੀਤਾ ਹੈ, ਕੋਈ ਐਸੀ ਚੀਜ਼ ਦੇ ਬਾਰੇ ਜ਼ਿਕਰ ਕਰਕੇ ਜਾਂ ਕੋਈ ਐਸੀ ਚੀਜ਼ ਨੂੰ ਵੇਚਣ ਦੇ ਬਾਰੇ ਵਾਅਦਾ ਕਰਕੇ ਤੁਹਾਨੂੰ ਜੋ ਹੈ ਚੈੱਕ ਇਸ਼ੂ ਕਰਤਾ ਅਤੇ ਉਹਦੇ ਇਵਜ਼ ਦੇ ਵਿੱਚ ਤੁਹਾਡੇ ਤੋਂ ਕੁਛ ਐਸਾ ਲੈ ਲਿਆ ਜਿਸ ਤੋਂ ਬਾਅਦ ਚੈੱਕ ਬਾਉਂਸ ਹੋ ਗਿਆ, ਤਾਂ ਉਹਨੇ ਇੱਕ ਫਰਾਡ ਵੀ ਕੀਤਾ ਹੈ। ਤਾਂ ਚੈੱਕ ਬਾਉਂਸ ਤਾਂ ਇੱਕ ਆਪਣੇ ਆਪ ਵਿੱਚ ਅਪਰਾਧ ਹੈ, ਲੇਕਿਨ ਕਿਸੇ ਬੰਦੇ ਨਾਲ ਚੀਟਿੰਗ ਕਰਨਾ, ਫਰਾਡ ਕਰਨਾ ਉਹ ਵੱਖਰੀ ਚੀਜ਼ ਹੈ। ਤਾਂ ਜੇ ਇਹੋ ਜਿਹੀਆਂ ਨਾਲ ਗੱਲਾਂ ਇਸ ਮਾਮਲੇ, ਕਿਸੇ ਮਾਮਲੇ ਦੇ ਨਾਲ, ਕਿਸੇ ਚੈੱਕ ਦੇ ਨਾਲ, ਲੈਣ ਦੇਣ ਦੇ ਨਾਲ ਜੁੜੀਆਂ ਹੋਈਆਂ, ਵੀ ਫਰਾਡ ਵੀ ਕੀਤਾ ਹੈ, ਚੀਟਿੰਗ ਵੀ ਕੀਤੀ ਹੈ, ਜਾਂ ਕੋਈ ਗਲਤ ਦਸਤਾਵੇਜ਼ ਦੇ ਕੇ ਝੂਠੇ ਜੋ ਹੈ ਡਾਕੂਮੈਂਟ ਡਰਾਫਟ ਕਰਕੇ, ਜਿਵੇਂ ਕੋਈ ਫੋਰਜਡ ਐਂਡ ਫੈਬਰੀਕੇਟਡ ਜਿਹੜੀ ਚੀਜ਼ ਹੁੰਦੀ ਹੈ, ਫਰਜ਼ੀ ਕੋਈ ਚੀਜ਼, ਸਰਟੀਫਿਕੇਟ ਜਾਂ ਕੁਛ ਐਸੀ ਜਾਲੀ ਚੀਜ਼ ਬਣਾ ਕੇ ਤੁਹਾਨੂੰ ਦੇਤਾ ਅਤੇ ਉਹਦੀ ਪੇਮੈਂਟ ਦੇ ਲੈਣ ਦੇਣ ਦੇ ਵਿੱਚ ਚੈੱਕ ਦਾ ਲੈਣ ਦੇਣ ਹੋਇਆ, ਇਹੋ ਜਿਹੀਆਂ ਚੀਜ਼ਾਂ ਵੀ ਨਾਲ ਜੇ ਜੁੜੀਆਂ ਹੋਈਆਂ ਨੇ ਚੈੱਕ ਦੇ, ਤਾਂ ਤੁਸੀਂ ਬਸ਼ਰਤੇ ਚੈੱਕ ਬਾਉਂਸ ਨੂੰ ਲੈ ਕੇ ਕੇਸ ਕਰ ਸਕਦੇ ਹੋ ਚੈੱਕ ਬਾਉਂਸ ਦਾ, ਪਲੱਸ ਤੁਸੀਂ FIR ਵੀ ਦਰਜ ਕਰਾ ਸਕਦੇ ਹੋ ਉਸ ਬੰਦੇ ਦੇ ਖਿਲਾਫ। ਅਤੇ ਜੇ ਤੁਹਾਡਾ ਕੋਈ ਲੈਣ ਦੇਣ ਹੋਇਆ ਅਤੇ ਉਹ ਅਮਾਊਂਟ ਬੰਦੇ ਦੀ ਤੁਹਾਡੀ ਦੇਣਦਾਰੀ ਬਣਦੀ ਹੈ ਉਹ ਬੰਦੇ ਨੂੰ, ਜਾਂ ਉਹ ਬੰਦੇ ਦੇ ਵੱਲੋਂ ਤੁਹਾਨੂੰ ਦੇਣਦਾਰੀ ਬਣਦੀ ਹੈ, ਉਹਦੇ ਲਈ ਤੁਸੀਂ ਉਸ ਅਮਾਊਂਟ ਦੀ ਰਿਕਵਰੀ ਲਈ ਸਿਵਲ ਸੂਟ ਵੀ ਪਾ ਸਕਦੇ ਹੋ। ਇਹਦਾ ਕੋਈ ਇਹਦੇ ਨਾਲ ਲੈਣ ਦੇਣ ਨਹੀਂ ਵੀ ਚੈੱਕ ਬਾਉਂਸ ਦੇ ਕੇਸ ਦੇ ਵਿੱਚ ਜਿੰਨਾ ਅਮਾਊਂਟ ਚੈੱਕ ਦਾ ਸੀ ਉਹ ਉਸ ਤੋਂ ਡਬਲ ਅਮਾਊਂਟ ਦਾ ਜੇ ਫੈਸਲਾ ਤੁਹਾਡੇ ਹੱਕ 'ਚ ਆ ਗਿਆ ਵੀ ਉਹਨੂੰ ਕੰਪਨਸੇਸ਼ਨ ਦੇ ਰੂਪ 'ਚ ਹੈ, ਪਰ ਉਹਦੇ ਚੈੱਕ ਬਾਉਂਸ ਹੋਣ ਦਾ ਕੰਪਨਸੇਸ਼ਨ ਹੈ। ਤੁਹਾਡੀ ਅਮਾਊਂਟ ਦੀ ਜਿਹੜੀ ਦੇਣਦਾਰੀ ਉਸ ਬੰਦੇ ਦੀ ਹੈ ਜਿਹਨੇ ਤੁਹਾਨੂੰ ਚੈੱਕ ਇਸ਼ੂ ਕੀਤਾ ਸੀ, ਉਹ ਉੱਥੇ ਦੀ ਉੱਥੇ ਖੜੀ ਹੈ, ਜਿਹੜੀ ਤੁਸੀਂ ਸਿਵਲ ਸੂਟ ਪਾ ਕੇ ਰਿਕਵਰ ਕਰ ਸਕਦੇ ਹੋ। ਮਤਲਬ 3 ਗੁਣਾ ਅਮਾਊਂਟ ਤੁਸੀਂ ਕਿਸੇ ਵਿਅਕਤੀ ਤੋਂ ਰਿਕਵਰ ਕਰ ਸਕਦੇ ਹੋ। 3 ਗੁਣਾ ਅਮਾਊਂਟ ਹੀ ਨਹੀਂ, ਉਹਦੇ ਉੱਤੇ ਇੰਟਰਸਟ ਵੀ ਜੋ ਹੈ ਉਹ ਵੀ ਰਿਕਵਰ ਕਰ ਸਕਦੇ ਹੋ। ਅਤੇ ਇਹ ਕੋਈ ਕਾਰਨ ਨਹੀਂ ਹੁੰਦਾ ਇਹ ਕਹਿਣਾ ਵੀ ਮੇਰੇ ਅਕਾਊਂਟ ਦੇ ਵਿੱਚ ਪੈਸੇ ਨਹੀਂ ਹੈਗੇ। ਸਰਕਾਰਾਂ ਜਾਂ ਕੋਰਟਾਂ ਜਦੋਂ ਇਹੋ ਜਿਹੇ ਫੈਸਲੇ ਕਰਦੀਆਂ ਨੇ, ਉਸ ਬੰਦੇ ਦੀ ਸੰਪੱਤੀ ਦੀ ਡਿਟੇਲ ਲੈ ਕੇ, ਉਸ ਨੂੰ ਕੁਰਕੀ ਕਹਿੰਦੇ ਨੇ ਜਾਂ ਔਕਸ਼ਨ ਕਹਿੰਦੇ ਨੇ, ਔਕਸ਼ਨ ਕਰਾ ਕੇ ਉਸ ਦੇ ਵਿੱਚੋਂ ਜੋ ਪੈਸੇ ਦੀ ਰਿਕਵਰੀ ਕਰਾਈ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜੀ FIR ਦੀ ਗੱਲ ਕੀਤੀ ਆਪਾਂ, ਜੇ ਉਹ ਵੀ ਮਾਮਲਾ ਹੁੰਦਾ ਤਾਂ ਉਹਦੇ ਵਿੱਚ ਜੋ ਸਜ਼ਾਵਾਂ ਅਲੱਗ-ਅਲੱਗ ਅਪਰਾਧ ਕੀਤੇ ਹੁੰਦੇ ਨੇ ਵਿਅਕਤੀ, ਉਹਦੇ ਮੁਤਾਬਕ ਉਹਨੂੰ ਸਜ਼ਾ ਵੀ ਕੱਟਣੀ ਪੈ ਸਕਦੀ ਹੈ। ਰਵਨੀਤ ਜੀ, ਜਿਹੜਾ ਚੈੱਕ ਬਾਉਂਸ ਹੋ ਜਾਂਦਾ, ਕਿ ਆਪਾਂ ਦੁਬਾਰਾ ਉਹ ਸੇਮ ਚੈੱਕ ਯੂਜ਼ ਕਰ ਸਕਦੇ ਹਾਂ ਬੈਂਕ ਦੇ ਵਿੱਚ, ਉਹ ਲਗਾਇਆ ਜਾ ਸਕਦਾ ਆ? ਹਾਂਜੀ ਬਿਲਕੁਲ, ਜੇ ਚੈੱਕ ਬਾਉਂਸ ਹੋਣ ਤੋਂ ਬਾਅਦ ਤੁਸੀਂ ਉਸ ਇਸ਼ੂਅਰ ਨੂੰ ਦੁਬਾਰਾ ਸੰਪਰਕ ਕਰਦੇ ਹੋ ਤਾਂ ਕਹਿੰਦੇ ਹੋ ਵੀ ਤੇਰਾ ਚੈੱਕ ਬਾਉਂਸ ਹੋ ਗਿਆ, ਅਤੇ ਉਹ ਤੁਹਾਨੂੰ ਅਸ਼ੋਰ ਕਰਦਾ ਹੈ ਵੀ ਤੁਸੀਂ ਜੋ ਹੈ 2 ਦਿਨ ਖੜ੍ਹ ਕੇ ਲਗਾ ਲਿਓ ਜਾਂ ਹੁਣ ਲਗਾਓ, ਹੁਣ ਮੈਂ ਅਮਾਊਂਟ ਜੋ ਹੈ ਥੋੜ੍ਹਾ ਟ੍ਰਾਂਜੈਕਸ਼ਨ ਅੱਗੇ ਪਿੱਛੇ ਹੋ ਗਈ ਸੀ, ਹੁਣ ਮੇਰੇ ਅਕਾਊਂਟ ਦੇ ਵਿੱਚ ਪੇਮੈਂਟ ਆ ਚੁੱਕੀ ਹੈ, ਤੁਸੀਂ ਦੁਬਾਰਾ ਲਗਾਓ, ਤਾਂ ਸੇਮ ਚੈੱਕ ਨੂੰ ਬਿਨਾਂ ਕੋਈ ਤਬਦੀਲੀ ਤੋਂ ਤੁਸੀਂ ਦੁਬਾਰਾ ਬੈਂਕ ਦੇ ਵਿੱਚ ਲਗਾ ਸਕਦੇ ਹੋ। ਠੀਕ ਹੈ ਜੀ, ਇੱਥੇ ਆਪਾਂ ਨੂੰ ਆਹ ਤਾਂ ਗੱਲ ਕਲੀਅਰ ਹੋ ਗਈ ਕਿ ਅਗਰ ਚੈੱਕ ਬਾਉਂਸ ਹੋ ਗਿਆ ਤਾਂ ਦੁਬਾਰਾ ਸੇਮ ਚੈੱਕ ਯੂਜ਼ ਹੋ ਸਕਦਾ ਹੈ। ਅਤੇ ਹੁਣ ਮੇਰਾ ਅਗਲਾ ਸਵਾਲ ਤੁਹਾਨੂੰ ਇਹ ਹੈ, ਬਲੈਂਕ ਚੈੱਕ ਦੇ ਲਈ ਕਈ ਵਾਰੀ ਕੀ ਹੁੰਦਾ ਕਿ ਬੈਂਕ ਤੋਂ ਲੋਨ ਲਿਆ ਜਾਂ ਫਿਰ ਕਿਸੇ ਵੀ ਫਾਈਨੈਂਸ ਕੰਪਨੀ ਤੋਂ ਲੋਨ ਲਿਆ, ਅਤੇ ਉੱਥੇ ਕੰਪਨੀਆਂ ਕੀ ਕਰਦੀਆਂ ਨੇ ਕਿ ਬੰਦੇ ਨੂੰ ਮਜਬੂਰ ਕਰ ਦਿੰਦੀਆਂ ਨੇ ਕਿ ਚੈੱਕ ਸਾਨੂੰ ਦਿਓ, ਅਤੇ ਪਰ ਚੈੱਕ ਦੇ ਉੱਤੇ ਨਾ ਤਾਂ ਤੁਹਾਨੂੰ ਕੁਝ ਡੇਟ ਲਿਖਣ ਦਿੰਦੀਆਂ ਨੇ, ਨਾ ਹੀ ਉੱਤੇ ਕੁਝ ਅਮਾਊਂਟ ਮੈਂਸ਼ਨ ਕਰਨ ਦਿੰਦੀਆਂ ਨੇ, ਇੱਕ ਸਾਈਨ ਤੁਹਾਡੇ ਤੋਂ ਕਰਵਾ ਕੇ ਰੱਖ ਲੈਂਦੀਆਂ ਨੇ। ਅਤੇ ਕਿੱਥੇ ਕੁ ਤੱਕ ਇਹ ਚੀਜ਼ ਸਹੀ ਹੈ ਅਤੇ ਇਹ ਹੋਣਾ ਚਾਹੀਦਾ ਇੱਦਾਂ ਜਾਂ ਫਿਰ ਨਹੀਂ ਹੋਣਾ ਚਾਹੀਦਾ? ਨਹੀਂ, ਇਹ ਬਿਲਕੁਲ ਗਲਤ ਹੈ ਜੀ। ਕੋਈ ਵੀ ਬੈਂਕਿੰਗ ਕੰਪਨੀ ਹੋਵੇ ਜਾਂ ਫਾਈਨੈਂਸ ਕੰਪਨੀ ਹੋਵੇ, ਇਹ ਤੁਹਾਨੂੰ ਇੱਕ ਰੂਪ ਦੇ ਵਿੱਚ ਸਰਵਿਸ ਸਰੈਂਡਰ ਕਰ ਰਹੇ ਨੇ। ਉਸ ਸਮੇਂ ਜੋ ਤੁਹਾਨੂੰ ਚੀਜ਼ ਦੀ ਜ਼ਰੂਰਤ ਹੈ, ਪੈਸਾ, ਇਹ ਤੁਹਾਨੂੰ ਪੈਸਾ ਮੁਹੱਈਆ ਕਰਾ ਰਹੇ ਨੇ ਉਸ ਚੀਜ਼ ਨੂੰ ਖਰੀਦਣ ਦੇ ਲਈ, ਅਤੇ ਉਸ ਦੇ ਉੱਤੇ ਵਿਆਜ ਲਾ ਰਹੇ ਨੇ। ਤਾਂ ਵਿਆਜ ਇੱਕ ਤਰੀਕੇ ਦਾ ਆਪਾਂ ਉਹਨਾਂ ਤੋਂ ਉਸ ਅਮਾਊਂਟ ਨੂੰ ਹੀ ਖਰੀਦ ਰਹੇ ਹਾਂ, ਅਤੇ ਜਿਹਦੇ ਬਦਲੇ ਆਪਾਂ ਉਹਨਾਂ ਨੂੰ ਵਿਆਜ ਵੀ ਦੇ ਰਹੇ ਹਾਂ। ਲੇਕਿਨ ਕਿਉਂਕਿ ਬੰਦਾ ਜ਼ਰੂਰਤਮੰਦ ਹੁੰਦਾ ਹੈ, ਅਤੇ ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਫਾਈਨੈਂਸ ਕੰਪਨੀਆਂ ਜਾਂ ਬੈਂਕਾਂ ਵੱਲੋਂ ਰੱਖੀਆਂ ਜਾਂਦੀਆਂ ਮਜਬੂਰੀ ਦੇ ਵਿੱਚ ਬੰਦੇ ਨੂੰ ਮੰਨਣੀਆਂ ਪੈਂਦੀਆਂ। ਇਹ ਬਿਲਕੁਲ ਗਲਤ ਹੈ ਅਤੇ ਗੈਰ ਕਾਨੂੰਨੀ ਹੈ। ਐਸੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਇਹਦੇ ਬਾਰੇ ਰਿਪੋਰਟ ਕੀਤਾ ਜਾ ਸਕਦਾ, ਇਹਦੇ ਬਾਰੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਦੂਜੀ ਗੱਲ, ਜੇ ਤੁਸੀਂ ਇਸ ਗੱਲ ਨੂੰ ਸਮਝ ਲਓ ਵੀ ਲੋਨ ਜਾਂ ਕੋਈ ਵੀ ਫਾਈਨੈਂਸ ਕੰਪਨੀ ਤੋਂ ਕੋਈ ਵੀ ਸਹੂਲਤ ਜਾਂ ਸੇਵਾ ਤੁਸੀਂ ਲੈਂਦੇ ਹੋ, ਉਸ ਦੇ ਬਦਲੇ ਤੁਸੀਂ ਉਹਨਾਂ ਨੂੰ ਪੇਮੈਂਟ ਦੇ ਰਹੇ ਹੋ, ਇਸ ਲਈ ਇਹੋ ਜਿਹੀ ਕੋਈ ਵੀ ਕੰਡੀਸ਼ਨ ਜੋ ਤੁਹਾਨੂੰ ਮਨਜ਼ੂਰ ਨਹੀਂ ਹੈ ਉਹ ਨਹੀਂ ਲੱਗਣੀ ਚਾਹੀਦੀ। ਇਨਫੈਕਟ ਤੁਸੀਂ ਕਦੇ ਨੈਗੋਸ਼ੀਏਟ ਵੀ ਨਹੀਂ ਕਰਦੇ ਉਹਨਾਂ ਨਾਲ ਵੀ ਜੇ ਮੈਂ ਲੋਨ ਲੈਣਾ, ਮੈਂ ਇੰਨੀ ਅਮਾਊਂਟ ਦਾ ਲੈਣਾ ਇੰਟਰਸਟ ਦੇ ਵਿੱਚ, ਕਦੇ ਨੈਗੋਸ਼ੀਏਟ ਨਹੀਂ ਕਰੂਗਾ ਬੰਦਾ, ਕਿਉਂਕਿ ਉਹਨੂੰ ਲੱਗਦਾ ਵੀ ਮੈਂ ਬੜਾ ਮਜਬੂਰ ਹਾਂ ਅਤੇ ਮੈਨੂੰ ਮਜਬੂਰੀ ਦੇ ਵਿੱਚ ਇਹ ਪੈਸਾ ਦੇ ਰਿਹਾ ਬੰਦਾ, ਬਹੁਤ ਵੱਡੀ ਮੇਰੇ 'ਤੇ ਜੋ ਹੈ ਕਿਰਪਾ ਕਰ ਰਿਹਾ ਜਾਂ ਮੇਰੇ 'ਤੇ ਬਹੁਤ ਵੱਡਾ ਆਸਾਨ ਕਰ ਰਿਹਾ। ਐਸਾ ਨਹੀਂ ਹੁੰਦਾ, ਕਿਉਂਕਿ ਉਹਦੇ ਲਈ ਚਾਰਜ ਕਰ ਰਹੇ ਨੇ। ਤਾਂ ਉਸ ਸਮੇਂ ਲੋਕਾਂ ਨੂੰ ਵਿਜੀਲੈਂਟ ਹੋਣਾ, ਇੱਕ ਕਸਟਮਰ ਅਤੇ ਜਿਹੜੇ ਹੈ ਜਿਵੇਂ ਕਸਟਮਰ ਵਾਲਾ ਰਿਲੇਸ਼ਨਸ਼ਿਪ ਉਹ ਬੰਦੇ ਦੇ ਨਾਲ ਹੈ, ਉਹ ਸਰਵਿਸ ਦੇ ਰਹੇ ਨੇ, ਤੁਸੀਂ ਉਹਨਾਂ ਦੇ ਕਸਟਮਰ ਹੋ, ਤਾਂ ਉਸ ਸਮੇਂ ਜੇ ਕੋਈ ਇਹੋ ਜਿਹੀ ਡਿਮਾਂਡ ਰੱਖੀ ਜਾਂਦੀ ਹੈ ਤਾਂ ਉਹਦੇ ਵਿੱਚ ਲਾਜ਼ਮੀ ਹੈ, ਜ਼ਰੂਰੀ ਹੈ ਵੀ ਉਹਨਾਂ ਨੇ ਵੀ ਆਪਣਾ ਇੰਟਰਸਟ ਸਿਕਿਉਰ ਕਰਨਾ। ਪਰ ਉਹਦੇ ਵਿੱਚ ਕੀ ਹੈ, ਹੁਣ ਕਈ ਕੇਸ ਐਸੇ ਆ ਰਹੇ ਨੇ ਵੀ ਬੰਦੇ ਨੇ ਲੋਨ ਲਿਆ ਸੀ, ਉਹ ਲੋਨ ਦਾ ਅਮਾਊਂਟ ਵੀ ਚੁਕਾਤਾ,
ਉਹਦੇ ਉੱਤੇ ਇੰਟਰਸਟ ਵੀ ਚੁਕਾਤਾ, ਲੇਕਿਨ ਫਿਰ ਵੀ ਕਿਉਂਕਿ ਦੂਜੇ ਫਾਈਨੈਂਸ਼ੀਅਲ ਇੰਸਟੀਟਿਊਟ ਜਾਂ ਬੈਂਕ ਦੇ ਕੋਲੇ ਤੁਹਾਡੇ ਡਾਕੂਮੈਂਟ ਪਏ ਸੀ, ਉਹਨੂੰ ਮਿਸਯੂਜ਼ ਕਰਕੇ ਫਿਰ ਵੀ ਤੁਹਾਡੇ ਤੇ ਕੇਸ ਪਾਏ ਜਾ ਰਹੇ ਨੇ। ਹੋਰ ਤੀਜੀ ਅਮਾਊਂਟ ਜਿਹੜੀ ਇੱਥੋਂ ਤੋਂ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੀਆਂ ਪ੍ਰਾਈਵੇਟ ਮੋਸਟਲੀ ਫਾਈਨੈਂਸ ਕੰਪਨੀਆਂ ਨੇ, ਕਈ ਵਾਰ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਸਾਹਮਣੇ ਆਉਂਦੀਆਂ ਨੇ। ਇਹਨੂੰ ਅਵੋਇਡ ਕਰਨ ਲਈ ਜ਼ਰੂਰੀ ਇਹੀ ਹੈ ਵੀ ਤੁਸੀਂ ਆਪਦੇ ਰਾਈਟਸ ਦੇ ਬਾਰੇ ਜਿਹੜਾ ਹੈ ਜਾਣੂ ਰਹੋ। ਜਿੰਨੀ ਕੁ ਅਮਾਊਂਟ ਤੁਸੀਂ ਲਈ ਹੈ ਅਤੇ ਜਿੰਨਾ ਉਹਦਾ ਇੰਟਰਸਟ ਬਣਦਾ, ਉਹਨੂੰ ਬੰਦੇ ਨੂੰ ਕਹੋ ਵੀ ਹੁਣੀ ਮੈਨੂੰ ਕੈਲਕੂਲੇਟ ਕਰਕੇ ਦੱਸ ਦੇ। ਫਲਕਚੁਏਟਿੰਗ ਵਾਲਾ ਮੈਂ ਨਹੀਂ ਲੈਣਾ, ਲੈਣਾ ਜਿਵੇਂ ਵੀ ਜੋ ਸਿਚੁਏਸ਼ਨ ਜੋ ਵੀ ਅਮਾਊਂਟ ਉਹ ਦੱਸ ਦੇ, ਮੈਂ ਉਸ ਅਮਾਊਂਟ ਦਾ ਹੀ ਸਪੈਸੀਫਿਕ ਤੈਨੂੰ ਜੋ ਮੇਰੀ ਦੇਣਦਾਰੀ ਹੈ ਮੈਂ ਸਪੈਸੀਫਿਕ ਉਸ ਅਮਾਊਂਟ ਦਾ ਚੈੱਕ ਕੱਟ ਕੇ ਦਊਂਗਾ, ਨਾ 1 ਰੁਪਈਆ ਘੱਟ ਨਾ 1 ਰੁਪਈਆ ਵੱਧ, ਅਤੇ ਨਾ ਮੈਂ ਤੈਨੂੰ ਕੋਈ ਖਾਲੀ ਚੈੱਕ ਦੇਊਂਗਾ ਜਿਹਦੇ ਉੱਤੇ ਤੂੰ ਆਪਣੀ ਮਨਮਰਜ਼ੀ। ਇਹ ਤਾਂ ਕਿਸੇ ਵਿਅਕਤੀ ਨੂੰ ਆਪਦੀ ਗਰਦਨ ਹੱਥ 'ਚ ਫੜਾਉਣਾ ਵੀ ਤੂੰ ਜਦ ਚਾਹੇ ਉਹਨੂੰ ਜੋ ਹੈ ਕਲਮ ਕਰ ਸਕਦਾ। ਅਤੇ ਇਸ ਚੀਜ਼ ਨੂੰ ਰੋਕਣ ਦੀ ਜ਼ਰੂਰਤ ਹੈ, ਲੋਕਾਂ ਨੂੰ ਇਸ ਦੇ ਬਾਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ, ਜਿਸ ਦੇ ਲਈ ਮੈਂ ਬਿਲਕੁਲ ਹਾਂਜੀ, ਇਸ ਤਰ੍ਹਾਂ ਰਵਨੀਤ ਜੀ ਕੀ ਹੁੰਦਾ ਕਿ ਕਈ ਵਾਰੀ ਬੈਂਕ ਦੇ ਵੱਲੋਂ ਸਾਨੂੰ ਬਿਨਾਂ ਦੱਸੇ ਸਾਨੂੰ ਕੁਛ ਨਹੀਂ ਪਤਾ ਹੁੰਦਾ ਉਸ ਚੀਜ਼ ਦਾ, ਅਤੇ ਪੈਸੇ ਡਿਡਕਟ ਕਰ ਲਏ ਜਾਂਦੇ ਨੇ। ਅਤੇ ਜਦੋਂ ਸਾਨੂੰ ਫੋਨ 'ਤੇ ਮੈਸੇਜ ਆਉਂਦਾ, ਸਾਨੂੰ ਉਦੋਂ ਹੀ ਪਤਾ ਲੱਗਦਾ ਕਿ ਸਾਡੇ ਅਕਾਊਂਟ ਦੇ ਵਿੱਚੋਂ ਇੰਨੇ ਪੈਸੇ ਗਏ ਨੇ, ਅਤੇ ਰੀਜ਼ਨ ਵੀ ਉਦੋਂ ਹੀ ਪਤਾ ਲੱਗਦਾ ਕਿ ਕਿਸ ਰੀਜ਼ਨ ਦੇ ਕਰਕੇ ਗਏ ਨੇ। ਅਤੇ ਕੀ ਇਹ ਸਹੀ ਹੈ? ਸੋਨਮ ਜੀ ਦੇਖੋ, ਇਹ ਵੀ ਬੜੀ ਗਲਤ ਗੱਲ ਹੈ। ਪਹਿਲੀ ਗੱਲ ਤਾਂ ਬੈਂਕ ਨੇ ਜੋ ਤੁਹਾਡੇ ਨਾਲ ਜਦੋਂ ਤੁਸੀਂ ਅਕਾਊਂਟ ਖੁਲਵਾਇਆ ਉਸ ਸਮੇਂ ਜੋ ਅੰਡਰਟੇਕਿੰਗ ਕੀਤੀਆਂ ਹੁੰਦੀਆਂ, ਤੁਸੀਂ ਇੱਕ ਐਗਰੀਮੈਂਟ ਸਾਈਨ ਕਰਦੇ ਹੋ ਉਹਨਾਂ ਨਾਲ ਵੀ ਜੇ ਤੁਸੀਂ ਸਾਲਾਨਾ ਤੁਹਾਨੂੰ ਇੱਕ ਚੈੱਕ ਬੁੱਕ ਦਿੱਤੀ ਜਾਊਗੀ, ਚੈੱਕ ਬੁੱਕ ਦੇ ਚਾਰਜ ਉਹ ਲੈ ਸਕਦੇ ਨੇ। ਅਕਾਊਂਟ ਤੁਹਾਡਾ ਮੇਨਟੇਨ ਕਰਦੇ ਨੇ, ਉਹਦੇ ਉਹ ਸਰਟਨ ਚਾਰਜ ਤੁਹਾਨੂੰ ਲੈਂਦੇ ਨੇ। ਅਤੇ ਤੁਸੀਂ ਜਦੋਂ ਉਹ ਐਗਰੀਮੈਂਟ ਸਾਈਨ ਕਰਦੇ ਹੋ ਤਾਂ ਤੁਸੀਂ ਉਹ ਸਰਟਨ ਟਰਮਸ ਜਿਹੜੀਆਂ ਉਹਨਾਂ ਨੇ ਦੱਸੀਆਂ ਹੁੰਦੀਆਂ ਨੇ ਉਹਨਾਂ ਨੂੰ ਐਗਰੀ ਕਰਦੇ ਹੋ। ਪਰ ਕਈ ਵਾਰ ਕੀ ਹੁੰਦਾ ਹੈ ਵੀ ਤੁਹਾਡੀ ਮਰਜ਼ੀ ਤੋਂ ਬਿਨਾਂ ਹੀ ਜੋ ਤੁਸੀਂ ਜਿਸ ਚੀਜ਼ ਲਈ ਤੁਸੀਂ ਐਗਰੀ ਵੀ ਨਹੀਂ ਕੀਤਾ, ਕਈ ਵਾਰ ਇੰਟਰਨੈਟ ਚਾਰਜਿਸ ਕੱਟ ਲੈਣਗੇ, ਕਈ ਵਾਰ SMS ਚਾਰਜਿਸ ਕੱਟ ਲੈਂਦੇ ਆ ਤੁਹਾਡੀ ਬਿਨਾਂ ਜਾਣਕਾਰੀ ਤੋਂ, ਤੁਹਾਡੀ ਬਿਨਾਂ ਪਰਮਿਸ਼ਨ ਤੋਂ। ਇਹ ਬਿਲਕੁਲ ਗਲਤ ਹੈ। ਇਸ ਦੇ ਬਾਰੇ ਤੁਸੀਂ ਤੁਰੰਤ ਜਦੋਂ ਤੁਹਾਨੂੰ ਇਹਦੇ ਬਾਰੇ ਪਤਾ ਲੱਗਦਾ, ਕਈ ਵਾਰ ਤੁਸੀਂ ਤਾਂ ਕਹਿ ਰਹੇ ਹੋ ਮੈਸੇਜ ਆ ਜਾਂਦਾ, ਕਈ ਵਾਰ ਮੈਸੇਜ ਵੀ ਨਹੀਂ ਆਉਂਦਾ। ਐਸੇ ਵੀ ਲੋਕ ਨੇ ਕਈ ਵਾਰ ਮੈਸੇਜ ਵੀ ਨਹੀਂ ਆਉਂਦਾ, ਅਤੇ ਵੱਡੀ ਵੱਡੀ ਅਮਾਊਂਟ ਜਿਹੜੀ ਹੈ ਕਈ ਵਾਰ ਬੈਂਕਾਂ ਨੇ ਕੱਟ ਲਈ ਹੈ। ਇਸ ਸਿਚੁਏਸ਼ਨ ਦੇ ਵਿੱਚ ਕੀ ਹੁੰਦਾ ਹੈ ਵੀ ਕਈ ਵਾਰ ਮਿਸਅੰਡਰਸਟੈਂਡਿੰਗ ਦੇ ਕਰਕੇ ਬੈਂਕ ਅਕਾਊਂਟ ਕੱਟ ਲੈਂਦਾ, ਅਮਾਊਂਟ ਕੱਟ ਲੈਂਦਾ, ਕੋਈ ਚੈੱਕ ਬਾਊਂਸ ਕਿਸੇ ਹੋਰ ਦਾ ਹੋਇਆ ਹੁੰਦਾ, ਅਕਾਊਂਟ ਨੰਬਰ ਤੁਹਾਡਾ ਭਰਦੇ, ਅਤੇ ਇੰਪਲੋਇਜ਼ ਤੋਂ ਆਮ ਤੌਰ 'ਤੇ ਹਿਊਮਨਸ ਨੇ, ਤਾਂ ਕਿਸੇ ਨਾ ਕਿਸੇ ਤੋਂ ਗਲਤੀ ਹੋ ਜਾਂਦੀ ਹੈ, ਬੈਂਕ ਦੇ ਵਿੱਚ ਵੀ ਗਲਤੀ ਹੋ ਜਾਂਦੀ ਹੈ, ਤਾਂ ਅਮਾਊਂਟਸ ਕੱਟੀ ਜਾਂਦੀ ਹੈ। ਤਾਂ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਪਹਿਲਾ ਕੰਮ ਕੀ ਹੁੰਦਾ ਵੀ ਜਿਹੜੀ ਬ੍ਰਾਂਚ ਤੁਹਾਡੀ ਹੈ, ਰਿਸਪੈਕਟਿਵ ਬ੍ਰਾਂਚ ਜਿੱਥੇ ਅਕਾਊਂਟ ਹੈ, ਉੱਥੇ ਤੁਸੀਂ ਉਹਨਾਂ ਨੂੰ ਇਨਫੋਰਮ ਕਰੋ। ਅਤੇ ਜਦੋਂ ਚੈੱਕ ਕਰਦੇ ਨੇ ਜੇ ਇਹਨਾਂ ਗੱਲਾਂ ਦੇ ਵਿੱਚ ਤਰੁੱਟੀਆਂ ਨਜ਼ਰ ਆਉਂਦੀਆਂ ਨੇ ਤਾਂ ਉਹ ਅਮਾਊਂਟ ਆਮ ਤੌਰ 'ਤੇ ਤੁਹਾਡੇ ਅਕਾਊਂਟ ਦੇ ਵਿੱਚ ਵਾਪਿਸ ਕਰਨੀ ਪੈਂਦੀ ਹੈ ਬੈਂਕ ਨੂੰ। ਲੇਕਿਨ ਫਿਰ ਵੀ ਜੇ ਬੈਂਕ ਇਨਕੁਆਇਰੀ ਕਰਦਾ ਜਾਂ ਐਮਪਲੋਏ ਐਸਾ ਹੈ ਜੋ ਮੰਨਦਾ, ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹੈ, ਉਹ ਤੋਂ ਗਲਤੀ ਹੋ ਗਈ ਹੈ, ਤੁਹਾਨੂੰ ਪਤਾ ਵੀ ਤੁਸੀਂ ਇਸ ਲਈ ਕਦੇ ਹਾਮੀ ਨਹੀਂ ਭਰੀ, ਤੁਹਾਨੂੰ ਪਤਾ ਵੀ ਤੁਸੀਂ ਇਹਦੇ ਲਈ ਕਦੇ ਅਲਾਓ ਨਹੀਂ ਕੀਤਾ ਬੈਂਕ ਨੂੰ ਅਮਾਊਂਟ ਡਿਡਕਟ ਕਰਨ ਲਈ, ਉਸ ਸਿਚੁਏਸ਼ਨ ਦੇ ਵਿੱਚ ਬੈਂਕਾਂ ਦਾ ਇੱਕ ਨੋਡਲ ਆਫਿਸਰ ਹੁੰਦਾ। ਨੋਡਲ ਆਫਿਸਰ ਦੇ ਕੋਲੇ ਤੁਸੀਂ ਜੋ ਹੈ ਸ਼ਿਕਾਇਤ ਕਰ ਸਕਦੇ ਹੋ। ਇਸ ਤੋਂ ਇਲਾਵਾ ਬੈਂਕਿੰਗ ਦਾ ਓਮਬਡਸਮੈਨ ਵੀ ਹੈ ਜੋ RBI ਗਾਈਡਲਾਈਨਸ ਦੇ ਤਹਿਤ ਇੱਕ ਪ੍ਰੋਪਰ ਏਰੀਆ ਜਾਂ ਜ਼ੋਨ ਦੇ ਉੱਤੇ ਓਮਬਡਸਮੈਨ ਨੂੰ ਬਿਠਾਇਆ ਜਾਂਦਾ ਹੈ, ਜਿਹਨੂੰ ਲੋਕਪਾਲ ਦੇ ਰੂਪ ਵਿੱਚ ਕਿਹਾ ਹੁੰਦਾ, ਬੈਂਕਿੰਗ ਲੋਕਪਾਲ, ਲੋਕਾਯੁਕਤ ਜਾਂ ਬੈਂਕਿੰਗ ਲੋਕਪਾਲ ਵੀ ਕਿਹਾ ਜਾਂਦਾ ਉਹਨਾਂ ਨੂੰ। ਉਹ ਵੀ ਬੈਂਕ ਦੀ ਸਰਵਿਸਿਜ਼ ਦੇ ਖਿਲਾਫ ਜਿਹੜੀ ਹੈ ਸ਼ਿਕਾਇਤਾਂ ਦੀ ਸੁਣਵਾਈ ਕਰਦੇ ਨੇ। ਇਹਨਾਂ ਦੋ ਅਦਾਰਿਆਂ ਦੇ ਕੋਲੇ ਜੇ ਜਾ ਕੇ ਤੁਹਾਡੀ ਫਿਰ ਵੀ ਗੱਲ ਨਹੀਂ ਬਣਦੀ ਤਾਂ RBI ਨੂੰ ਵੀ ਤੁਸੀਂ ਉਸ ਬੈਂਕ ਦੇ ਖਿਲਾਫ ਜੋ ਸ਼ਿਕਾਇਤ ਦੇ ਸਕਦੇ ਹੋ। ਅਤੇ ਇਸ ਤੋਂ ਇਲਾਵਾ ਫਿਰ ਕੋਰਟਾਂ ਵੀ ਨੇ, ਕੰਜ਼ਿਊਮਰ ਕੋਰਟ ਦੇ ਵਿੱਚ, ਕਿਉਂਕਿ ਸਰਵਿਸਿਜ਼ ਦੇ ਵਿੱਚ ਡੈਫੀਸ਼ੀਐਂਸੀ ਦਾ ਮਾਮਲਾ ਆਉਂਦਾ ਇੱਥੇ, ਤਾਂ ਕੋਰਟਾਂ ਦੇ ਵਿੱਚ ਜਾ ਕੇ ਵੀ ਤੁਸੀਂ ਇਸ ਦੇ ਬਦਲੇ ਮੁਆਵਜ਼ਾ ਅਤੇ ਜੋ ਹੈ ਬਣਦੀ ਕਾਰਵਾਈ ਕਾਨੂੰਨੀ ਮੰਗ ਸਕਦੇ ਹੋ। ਹਾਂਜੀ, ਅਤੇ ਇਹ ਤੋਂ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਆਪਣੇ ਕੋਲ ਸਲਿਊਸ਼ਨ ਤਾਂ ਹਰ ਚੀਜ਼ ਦਾ ਹੈ, ਹੱਲ ਤਾਂ ਹੈ, ਬਸ ਇੱਕ ਜਾਣਕਾਰੀ ਦੀ ਕਮੀ ਹੋਣ ਦੇ ਕਰਕੇ ਹੀ ਲੋਕ ਨਹੀਂ ਕਰ ਪਾਉਂਦੇ। ਬਹੁਤ ਬਹੁਤ ਧੰਨਵਾਦ ਰਵਨੀਤ ਜੀ, ਤੁਹਾਡਾ ਬਹੁਤ ਸੋਹਣੀ ਜਾਣਕਾਰੀ ਤੁਸੀਂ ਸ਼ੇਅਰ ਕੀਤੀ ਸਾਡੇ ਨਾਲ, ਸਾਰਿਆਂ ਦੇ ਨਾਲ ਜਿਹੜੇ ਵੀ ਸਾਨੂੰ ਸੁਣ ਰਹੇ ਨੇ। ਅਤੇ ਉਮੀਦ ਕਰਦੇ ਹਾਂ ਕਿ ਸਭ ਦੇ ਲਈ ਬਹੁਤ ਬੈਨੀਫੀਸ਼ੀਅਲ ਰਹੀ ਹੋਏਗੀ ਜਾਣਕਾਰੀ ਜੋ ਵੀ ਆਪਾਂ ਗੱਲਾਂ ਕੀਤੀਆਂ। ਅਤੇ ਜੇ ਤੁਹਾਡੇ ਕੋਈ ਸੁਝਾਅ ਨੇ ਜਾਂ ਤੁਹਾਡੇ ਮਨ ਦੇ ਵਿੱਚ ਕੋਈ ਕੁਐਸਚਨਸ ਹੈਗੇ ਨੇ ਜਾਂ ਤੁਹਾਡੇ ਕੋਲ ਕੋਈ ਟੌਪਿਕ ਹੈਗਾ ਜਿਹਦੇ ਬਾਰੇ ਤੁਸੀਂ ਚਾਹੁੰਦੇ ਹੋ ਕਿ ਆਪਾਂ ਗੱਲ ਕਰੀਏ, ਤਾਂ ਤੁਸੀਂ ਸਾਨੂੰ ਲਿਖ ਸਕਦੇ ਹੋ ਜੀ www.lawpalindia.com ਜਾਂ ਫਿਰ 5creations.in 'ਤੇ। ਥੈਂਕ ਯੂ ਸੋ ਮਚ ਸਾਨੂੰ ਸੁਣਨ ਦੇ ਲਈ, ਐਂਡ ਸਟੇ ਕਨੈਕਟਿਡ। ਬਾਏ ਬਾਏ।